ਸ਼ੂਗਰ ਚੈੱਕ ਕਰਨ ਵਾਲੀ ਹੈ। ਇੱਥੋਂ ਲਈ ਗਈ 800 ਦੀ, ਬਾਹਰੋਂ ਲਈ ਗਈ 550 ਦੀ। ਇਹਦੇ ਵਿੱਚ 250 ਰੁਪਏ ਦਾ ਧੱਕਾ ਹੈ, 250 ਰੁਪਏ ਦੀ ਲੁੱਟ ਹੈ। ਤੇ ਜਿਹੜੀ ਆਹ ਦਵਾਈ 53000 ਦੀ ਲੱਗੀ ਹੈ, ਇਹਦੇ ਤੁਸੀਂ ਆਪ ਹਿਸਾਬ ਲਾ ਲਓ ਵਿੱਚ ਕਿੱਡਾ ਵੱਡਾ ਓਲਾ ਹੋ ਸਕਦਾ। ਲਾਅ ਦੇ ਅਕੋਰਡਿੰਗ ਤੁਸੀਂ ਬ੍ਰਾਂਡ ਨੇਮ ਲਿਖ ਸਕਦੇ ਹੋ ਜਾਂ ਸਾਲਟ ਲਿਖ ਸਕਦੇ ਹੋ। ਮੈਂ ਯਾਰ ਦੇਖਿਆ ਸਾਲਟ ਲਿਖਦਾ ਹੈ, ਉਹਦੇ ਵਿੱਚ ਬ੍ਰਾਂਡ ਹੈ, ਕਈ ਬ੍ਰਾਂਡ ਵਧੀਆ, ਕਈ ਬ੍ਰਾਂਡ ਤੁਸੀਂ ਹੁਣ ਮੈਂ ਤੁਹਾਡੀ ਸਰਕਾਰੀ ਡਾਇਰੈਕਟਰ ਨਾਲ ਗੱਲ ਕਰਾਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਅੱਜ ਕੱਲ ਪੂਰੇ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਜੈਨਰਿਕ ਤੇ ਐਥੀਕਲ ਮੈਡੀਸਿਨਸ ਨੂੰ ਲੈ ਕੇ ਬਹੁਤ ਵਿਵਾਦ ਛਿੜਿਆ ਹੋਇਆ ਹੈ, ਕਿਉਂਕਿ ਕਈ ਦਹਾਕਿਆਂ ਤੋਂ ਲਗਾਤਾਰ ਸਰਕਾਰਾਂ ਤੋਂ ਲੈ ਕੇ ਪ੍ਰਾਈਵੇਟ ਹਸਪੀਟਲਸ ਅਤੇ ਮੈਡੀਕਲ ਸਟੋਰਸ ਤੱਕ ਲੋਕਾਂ ਦੀ ਰੱਜ ਕੇ ਐਥੀਕਲ ਦੇ ਨਾਮ ਤੇ ਛਿੱਲ ਲਾਉਂਦੇ ਆਏ ਨੇ ਤੇ ਮਹਿੰਗੀਆਂ ਦਵਾਈਆਂ ਉਹ ਵੀ 4 ਗੁਣਾ 10 ਗੁਣਾ ਵੱਧ ਰੇਟਾਂ ਦੇ ਉੱਤੇ ਗਰੀਬਾਂ ਨੂੰ ਵੇਚਦੇ ਆਏ ਨੇ। ਪਰ ਜਦੋਂ ਲੁਧਿਆਣਾ ਦੇ ਵਿੱਚ ਬਾਬੇ ਨਾਨਕ ਦਾ ਮੋਦੀਖਾਨਾ ਖੁੱਲਿਆ ਤੇ ਉਹਨਾਂ ਨੇ ਅਸਲੀਅਤ ਦੱਸੀ ਕਿ ਜੋ ਦਵਾਈ 110 ਰੁਪਏ ਦੀ ਦਿੱਤੀ ਜਾਂਦੀ ਹੈ, ਅਸਲ 'ਚ ਉਹ ਸਿਰਫ 10 ਰੁਪਏ ਦੀ ਹੈ, ਤਾਂ ਲੋਕਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਜਿਸ ਤੋਂ ਬਾਅਦ ਲੋਕਾਂ ਨੂੰ ਆਪ ਸੋਚੀ ਆਈ ਤੇ ਹੁਣ ਉਹ ਹਰ ਮੈਡੀਕਲ ਸਟੋਰ ਤੇ ਜਾ ਕੇ ਆਖਣ ਲੱਗ ਪਏ ਕਿ ਉਹਨਾਂ ਨੂੰ ਜੈਨਰਿਕ ਦਵਾਈ ਚਾਹੀਦੀ ਹੈ, ਜੋ ਬਹੁਤ ਹੀ ਸਸਤੇ ਮੁੱਲਾਂ ਦੇ ਉੱਤੇ ਹਰ ਮੈਡੀਕਲ ਸਟੋਰ ਦੇ ਉੱਤੇ ਅਵੇਲੇਬਲ ਹੈ, ਹਰ ਸਾਲਟ ਅਵੇਲੇਬਲ ਹੈ। ਪਰ ਅਜੇ ਵੀ ਕੁਝ ਡਾਕਟਰ ਅਜਿਹੇ ਨੇ ਜੋ ਹਜ਼ਾਰਾਂ ਰੁਪਏ ਦੇ ਹਿਸਾਬ ਦੇ ਨਾਲ ਇਹਨਾਂ ਬ੍ਰਾਂਡਡ ਦਵਾਈਆਂ ਤੋਂ ਨੋਟ ਖੱਟ ਰਹੇ ਨੇ। ਤੇ ਆਓ ਤੁਹਾਨੂੰ ਵਿਖਾਉਂਦੇ ਹਾਂ ਕਿ ਅਜਿਹੇ ਡਾਕਟਰ ਨੂੰ ਕਿੱਦਾਂ ਲਾਈਵ ਹੋ ਕੇ ਰੱਜ ਕੇ ਠੋਕਿਆ ਲੱਖਾਂ ਸਧਾਣਾ ਨੇ। ਦੇਖੋ ਮੈਨੂੰ ਜਾਣਦਾ ਹੈ, ਮੈਂ ਕੋਈ ਵੀ ਦਵਾਈ ਹੈ ਜੇ ਮੈਨੂੰ ਤੂੰ ਦੱਸ ਕਿੰਨੇ ਦੀ ਲੈ ਕੇ ਆਇਆ। ਡਾਕਟਰ ਸਾਹਿਬ ਮੈਂ ਤਾਂ ਸਿਰਫ ਤੁਹਾਨੂੰ ਇੰਨਾ ਪੁੱਛਣਾ ਚਾਹੁੰਦਾ ਹੈ, ਲਾਅ ਦੇ ਅਕੋਰਡਿੰਗ ਤੁਸੀਂ ਬ੍ਰਾਂਡ ਨੇਮ ਲਿਖ ਸਕਦੇ ਹੋ ਜਾਂ ਸਾਲਟ ਲਿਖ ਸਕਦੇ ਹੋ। ਯਾਰ ਦੇਖਿਆ ਸਾਲਟ ਲਿਖਦਾ ਹੈ, ਉਹਦੇ ਵਿੱਚ ਬ੍ਰਾਂਡ ਹੈ, ਕਈ ਬ੍ਰਾਂਡ ਵਧੀਆ, ਕਈ ਬ੍ਰਾਂਡ ਤੁਸੀਂ ਹੁਣ ਮੈਂ ਤੁਹਾਡੀ ਸਰਕਾਰੀ ਡਾਇਰੈਕਟਰ ਨਾਲ ਗੱਲ ਕਰਾਵਾਂ। ਕਰਾ ਦੇ। ਲੈ ਬਈ ਕਾਦੀ ਗੱਲ ਕਰਾਉਣੀ ਵੈਸੇ? ਨਹੀਂ ਮੈਂ ਤੁਸੀਂ ਦੱਸੋਗੇ ਨਾ ਵੀ ਅਸੀਂ ਕਾਨੂੰਨ ਤੋਂ ਵੀ ਅਸੀਂ ਲਿਖਿਆ, ਇੱਕ ਵੀ ਸਾਲਟ ਨਹੀਂ ਲਿਖਿਆ ਤੁਸੀਂ। ਇਹ ਤਾਂ ਇਹ ਬਿੱਲ ਹੈ, ਫਿਰ ਉਹੀ ਗੱਲ। ਇਹ ਹੁਣ ਮੈਨੂੰ ਐਂ ਦੱਸਣ, ਜੇ ਇਹ ਕਿਸੇ ਦੁਕਾਨ ਤੇ ਜਾ ਕੇ ਸਾਲਟ ਦਾ ਬਿੱਲ ਲੈ ਕੇ ਆਉਂਦੇ, ਉਹ ਸਾਲਟ ਦੇ ਨਾਮ ਤੇ ਬਿੱਲ ਦੇਊਗਾ? ਤੁਸੀਂ ਬਿੱਲ ਲਿਆ ਕੇ ਦਿਖਾ ਦੇ। ਨਹੀਂ ਤੁਸੀਂ ਦੱਸ ਦਿਓ ਨਾ ਮੈਨੂੰ ਵੀ ਕਾਨੂੰਨ ਕੀ। ਗਵਰਨਮੈਂਟ ਤਾਂ ਆਪਾਂ ਸਮਝਦੇ ਵੀ ਫੁੱਟੂ ਗਵਰਨਮੈਂਟ ਤਾਂ ਫਿਰ ਦਿੰਦਾ ਕਿ ਮਨ ਗਵਰਨਮੈਂਟ ਫਿਰ ਦਿੰਦਾ। ਇਹ ਤਾਂ ਫਿਰ ਨਜਾਇਜ਼ ਵਾਲੀ ਗੱਲ ਹੋ ਗਈ। ਮੈਂ ਨਜਾਇਜ਼ ਨਹੀਂ ਗੱਲ। ਹੈਲੋ, ਮੈਂ ਜੀ ਉੱਥੇ ਕੋਸਮੋ ਹਸਪਤਾਲ ਬੈਠਾ ਹਾਂ ਡਾਕਟਰ ਰਮਨ ਗੋਇਲ ਜੀ ਕੋਲੇ। ਆਪਾਂ ਦੁਬਾਰੇ ਫਿਰ ਉਸ ਵਿਸ਼ੇ ਤੇ ਗੱਲ ਕਰਦੇ ਹਾਂ। ਸਾਡੇ ਕੋਲੇ ਇਹਨਾਂ ਦੇ ਘੱਟੋ ਘੱਟ 40 ਬਿੱਲ ਪਏ ਆ ਮੇਰੇ ਸਾਹਮਣੇ। ਕਿਸੇ ਵੀ ਬਿੱਲ ਦੇ ਉੱਤੇ ਸਾਲਟ ਨਹੀਂ ਲਿਖਿਆ ਹੋਇਆ, ਬ੍ਰਾਂਡ ਲਿਖਿਆ ਹੋਇਆ। ਮੈਂ ਫਿਰ ਤੁਹਾਨੂੰ ਪੁੱਛਦਾ, ਤੁਹਾਡਾ ਮੈਂ ਫੋਨ ਜਿਹੜਾ ਉਹ ਸਪੀਕਰ ਤੇ ਲਾ ਰੱਖਿਆ ਵੀ ਕੀ ਸਾਲਟ ਲਿਖ ਸਕਦੇ ਆ ਜਾਂ ਬ੍ਰਾਂਡ ਲਿਖ ਸਕਦੇ ਆ, ਕੀ ਲਾਅ ਦੇ ਅਕੋਰਡਿੰਗ ਕੀ ਕਹਿਣਾ ਲਾਓ। ਗਵਰਨਮੈਂਟ ਦੀ ਹਦਾਇਤ ਆ ਨਾ। ਨਹੀਂ ਗਵਰਨਮੈਂਟ ਦੀ ਫਿਰ ਛੋਟੇ ਸਾਰਾ ਹਸਪਤਾਲ ਚ ਲਾਗੂ ਹੋਊ ਨਾ ਗਵਰਨਮੈਂਟ ਦੀ ਹਦਾਇਤ ਤਾਂ। ਨਹੀਂ ਪ੍ਰਾਈਵੇਟ ਅਦਾਰਾ ਕਿਉਂ ਪ੍ਰਾਈਵੇਟ ਅਦਾਰਾ ਕਿਉਂ ਨਹੀਂ ਬੱਚਾ ਹੋਊਗਾ? ਪ੍ਰਾਈਵੇਟ ਅਦਾਰਾ ਜੋ ਮਰਜ਼ੀ ਲੁੱਟ ਕਰੀ ਜਾਵੇ ਤਾਂ ਮਤਲਬ ਗਵਰਨਮੈਂਟ ਉਹਨੂੰ ਕੁਝ ਨਹੀਂ ਕਰ ਸਕਦੀ। ਫਿਰ ਸਾਲਟ ਹੈ ਦੱਸੋ। ਹੁਣ ਇਹ ਦਵਾਈ ਦਾ ਹਾਲ ਹੈ। ਇੱਕ ਮਿੰਟ ਮੇਰੀ ਪੂਰੀ ਹੋ ਲੈਣ ਦਿਓ। ਇਹਨਾਂ ਨੇ ਬਿੱਲ ਅਸੀਂ ਬਾਹਰੋਂ ਚੈੱਕ ਕਰਾ ਕੇ ਆਏ ਹਾਂ। ਹੁਣ ਤੋਂ ਮਾੜਾ ਜਾ ਜਿਹਦੇ ਵਿੱਚ ਉਹ ਕਹਿੰਦੇ ਬਈ ਤੁਹਾਨੂੰ ਜਿਹੜੀ ਕੱਲੀ ਦਵਾਈ ਚ 15 ਤੋਂ 18000 ਦੇ ਵਿੱਚ ਵੱਧ ਠੋਕਿਆ ਪਿਆ। ਜੇ ਸਾਲਟ ਲਿਖਿਆ ਹੁੰਦਾ ਤਾਂ ਇਹ ਜਿੱਥੋਂ ਮਰਜ਼ੀ ਲਿਆਉਂਦੇ ਤੇ ਇਹਨਾਂ ਨੂੰ ਸਸਤਾ ਨਹੀਂ ਪੈਂਦਾ। ਹੁਣ ਆਹ ਡਾਕਟਰ ਸਾਹਿਬ ਇੱਥੇ ਤੁਸੀਂ ਕਹਿੰਦੇ ਅਸੀਂ ਵੱਧ ਨਹੀਂ ਲਾਇਆ ਨਾ, ਤੁਸੀਂ ਇਹ ਕਹਿੰਦੇ ਆ, ਤੁਸੀਂ ਕਹਿੰਦੇ ਵੀ ਤੁਸੀਂ ਤਾਂ ਝੂਠ ਮਾਰਦੇ, ਵੱਧ ਨਹੀਂ ਲਾਇਆ। ਮੈਂ ਤੂੰ 550 ਦੀ ਲੈ ਕੇ ਆਇਆ ਨਾ, ਇਹ ਮੈਂ 450 ਦੀ ਲਿਆ ਕੇ ਦੇਵਾਂ। ਤੂੰ 800 ਦੀ ਕਿਉਂ ਲਾਈ? ਫਿਰ 800 ਦੀ ਕੀ ਲਾਉਂਦਾ? ਇਹਦਾ ਮਤਲਬ ਐ ਥੋੜੀ ਹੈ। ਨਹੀਂ ਤੂੰ 800 ਦੀ ਕਿਉਂ ਲਾਈ? ਗੱਲ ਗਲਤ ਹੈ। ਮੈਂ 800 ਦੀ ਨਹੀਂ ਲਾਈ, ਇਹਦੇ ਤੇ MRP 899 ਹੈ ਨਾ। 99 ਹੈ ਨਾ। ਮੈਂ ਉਸ ਤੋਂ ਵੱਧ ਲਾਈ। ਤੁਸੀਂ ਸੁਣੋ, ਇੱਕ ਗਵਰਨਮੈਂਟ ਨੇ ਰੂਲ ਮੇਰੀ ਗੱਲ ਸੁਣੋ ਨਾ, MRP 800 ਨਾ ਲਵੇ। ਡਾਕਟਰ ਸਾਹਿਬ ਮੇਰੀ ਬੇਨਤੀ ਸਾਡਾ ਮਕਸਦ ਤੁਹਾਡੀ ਇਨਸਲਟ ਕਰਨਾ, ਤੁਹਾਡੀ ਬੇਇੱਜ਼ਤੀ ਕਰਨਾ ਗੱਲ ਹੀ ਹੈ। ਸਿਰਫ ਅਸੀਂ ਕਹਿੰਦੇ ਆ ਇਹ ਗੱਲਾਂ ਦਾ ਪਰਦਾ ਫਾਸ਼ ਹੋਵੇ, ਲੋਕਾਂ ਦੀ ਲੁੱਟ ਬਚੇ। ਸਾਡਾ ਮਕਸਦ ਸਿਰਫ ਇਹਨਾਂ ਬਚਣਾ ਚਾਹੀਦਾ ਹੈ। ਜੇ ਲੁੱਟ ਨਾ ਹੋਵੇ, ਮੈਨੂੰ ਮਰੀਜ਼ ਨੂੰ ਲੈ ਲਈ ਮੇਰੀ ਗੱਲ ਬਾਰੀ ਲੈ ਲਓ, ਬਾਰੀ ਤੁਹਾਨੂੰ ਮੈਂ ਮੌਕਾ ਦੂੰਗਾ, ਮੈਨੂੰ ਬੋਲ ਲੈਣ ਦਿਓ। ਮੇਰੀ ਗੱਲ ਦਾ ਜਵਾਬ ਦੇ ਦਿਓ। ਮੈਂ ਸਿਰਫ ਇਹਨਾਂ ਕਹਿੰਦਾ ਆਲੇ ਵੀ ਇੰਨੇ ਬੰਦੇ ਆ, ਤੁਸੀਂ ਵੀ ਆਪਣਾ ਭੈਣ ਖੜੀ ਆ, ਤੂੰ ਵੀ ਵੀਰੇ ਇੱਥੇ ਕੰਮ ਕਰਦਾ ਹੈ। ਆਹ ਸ਼ੀਸ਼ੀ ਆ ਸੇਵ, ਇਹ ਸ਼ੂਗਰ ਚੈੱਕ ਕਰਨ ਵਾਲੀ ਹੈ। ਇੱਥੋਂ ਲਈ ਗਈ 800 ਦੀ, ਬਾਹਰੋਂ ਲਈ ਗਈ 550 ਦੀ। ਇਹਦੇ ਵਿੱਚ 250 ਰੁਪਏ ਦਾ ਧੱਕਾ ਹੈ, 250 ਰੁਪਏ ਦੀ ਲੁੱਟ ਹੈ। ਤੇ ਜਿਹੜੀ ਆਹ ਦਵਾਈ 53000 ਦੀ ਲੱਗੀ ਹੈ, ਇਹਦੇ ਤੁਸੀਂ ਆਪ ਹਿਸਾਬ ਲਾ ਲਓ ਵਿੱਚ ਕਿੱਡਾ ਵੱਡਾ ਓਲਾ ਹੋ ਸਕਦਾ।
ਹੁਣ ਤੁਸੀਂ ਦੱਸ ਦਿਓ ਮੈਨੂੰ ਇਸ ਗੱਲ ਦਾ, ਮੈਨੂੰ ਸਿਰਫ ਐਸੇ ਦੇ ਜਵਾਬ ਦੇ ਦਿਓ। ਮੈਂ ਮੰਨਦਾ MRP 899 ਇਹ ਤੇ ਵੀ MRP ਉਨੀ ਹੈ, 899 ਜਿਹੜੀ ਬਾਹਰੋਂ ਲੈਂਦੀ ਹੈ ਉਹ ਤੇ ਵੀ MRP ਉਨੀ ਹੈ। ਹੁਣ ਮੈਨੂੰ ਜਵਾਬ ਦੇ ਦਿਓ। ਜੇ MRP 899 ਸੀ ਮੈਂ ਵੱਧ ਕਿਵੇਂ ਲਾਇਆ? ਮੈਂ ਤਾਂ 800 ਰੁਪਏ ਦੀ ਦਿੱਤੀ। ਤੁਸੀਂ 800 ਦੀ ਦੇਤੀ, ਮੰਨ ਗਿਆ। ਜਿਹੜਾ ਬ੍ਰਾਂਡ ਹੈਗਾ ਕਿਸੇ ਵੀ, ਇਹਦੇ ਵਿੱਚ ਸਰਕਾਰ ਨੇ ਕੀ ਗੱਲ ਕੀਤਾ ਹੋਇਆ? ਇੱਕ ਮਿੰਟ, ਹੁਣ ਮੇਰੀ ਇਸ ਗੱਲ ਦਾ ਹੋਰ ਜਵਾਬ ਦਿਓ। ਤੁਸੀਂ ਕੁਝ ਗਲਤ ਨਹੀਂ ਕੀਤਾ। ਤੁਸੀਂ 899 MRP ਹੈ, ਤੁਸੀਂ 800 ਰੁਪਏ ਦੀ ਇਹ ਲਾਤੀ, ਠੀਕ ਹੈ। ਜਿਹੜੇ ਅਸੀਂ ਬਾਹਰੋਂ ਲਿਆਏ ਇਹੀ ਸੀ ਨਾ, ਸੇਮ ਸੀ ਨਾ। ਕੀ ਉਹਨੇ ਆਪਣੀ ਜੇਬ ਦੇ ਵਿੱਚੋਂ 250 ਰੁਪਿਆ ਪਾ ਕੇ ਦਿੱਤਾ? ਮੈਂ ਇੰਨੀ ਗੱਲ ਪੁੱਛਦਾ। ਦੇਖ ਲੈ ਕਿ ਮੈਂ ਉਹ 550 ਦੀ ਮੈਂ ਜਾਊਂਗਾ, ਮੈਨੂੰ ਵੀ 550 ਦੀ ਦੇਊਗਾ। ਕਾਰਨ ਕਿਉਂ? ਕਿਉਂਕਿ ਉਹ ਹੋਲਸੇਲ ਦਾ ਕੰਮ ਆ ਉਹਦਾ। ਨਹੀਂ, ਆ ਮੁੱਢ ਬਾਟੋਂ ਆਪਾਂ ਦਵਾਈ ਲਿਆਉਣੀ ਆ, ਆਈ 10 ਕਰਮਾਂ ਤੋਂ ਆਉਂਦੀ ਆ, ਇੱਕ ਸ਼ੀਸ਼ੀ ਦੇ ਮਗਰ 250 ਦਾ ਫਰਕ ਪੈ ਗਿਆ। ਦੇਖੇ 250 ਦਾ ਫਰਕ ਨਹੀਂ ਹੈ, ਇਹਦੇ ਵਿੱਚ ਸਟ੍ਰਿਪਸ ਹੈ। ਤੂੰ ਦੇਖੇਗਾ ਇਹ ਸਟ੍ਰਿਪਸ ਹੈ, ਇਹਦੇ ਵਿੱਚ 30 ਸਟ੍ਰਿਪਸ ਹੈ। 50 ਜੋ 50 ਸਟ੍ਰਿਪਸ ਦੇ ਇੱਕ 25 ਵਾਲੀ ਹੁੰਦੀ, ਇੱਕ 50 ਵਾਲੀ ਹੁੰਦੀ। ਜਿਹੜੀ ਵੀ ਸਟ੍ਰਿਪਸ ਵਾਲੀ ਹੁੰਦੀ ਹੈ, ਸਟ੍ਰਿਪਸ ਯੂਜ਼ ਹੁੰਦੀਆਂ ਹੈ। ਕੋਈ ਚੀਜ਼ ਦੀ, ਹਰ ਇੱਕ ਚੀਜ਼ ਦੀ ਅਲੱਗ-ਅਲੱਗ ਕਾਸਟ ਪੈਂਦੀ ਹੈ। ਉਹਦੇ ਵਿੱਚ ਕਈ ਵਾਰੀ ਕੋਈ ਚੀਜ਼ ਦੇ ਵੇਅਰ ਐਂਡ ਟੇਅਰ, ਮੈਂ ਕਿਹਾ ਸੀ ਨਾ ਗਲੂਕੋਮੀਟਰ ਆਉਂਦਾ ਨਾਲ। ਹੁਣ ਇਹ ਸ਼ੀਸ਼ੀ ਲੈ ਆਏ, ਮੈਂ ਕਹਿੰਦਾ ਵੀ ਇਹ ਗਲੂਕੋਮੀਟਰ ਵੀ ਲੈ ਆਉਣ, 1000 ਰੁਪਇਆ ਹੋਰ ਲੱਗੂਗਾ ਨਾ ਇਹਨਾਂ ਦਾ, 1000 ਰੁਪਇਆ ਹੋਰ ਲੱਗੂਗਾ ਨਾ। ਗਲੂਕੋਮੀਟਰ ਆਊਗਾ, ਉਹਦੇ ਚੈੱਕ ਹੁੰਦਾ ਹੈ। ਕੱਲ ਨੂੰ ਗਲੂਕੋਮੀਟਰ ਖਰਾਬ ਹੁੰਦਾ ਹੈ, ਉਹਦੀ ਕਾਸਟ ਹੈ ਜਿਹੜੀ ਉਹ ਹਸਪੀਟਲ ਬੀਅਰ ਕਰਦਾ ਨਾ। ਐਂ ਤਾਂ ਨਹੀਂ ਕਹਿੰਦਾ ਵੀ ਉਹ ਮਰੀਜ਼ ਨੂੰ ਵੀ ਤੁਸੀਂ ਜਾ ਕੇ ਗਲੂਕੋਮੀਟਰ ਲੈ ਕੇ ਆਓ ਨਾਲ, ਅਸੀਂ ਤਾਂ ਫੇਰ ਚੈੱਕ ਕਰਾਂਗੇ, ਠੀਕ ਹੈ। ਕੋਈ ਚੀਜ਼ ਦੀ ਬੀਅਰ ਐਂਡ ਟੀਅਰ ਐਂ ਮਿਲ ਕੇ ਨਹੀਂ ਲਈ ਜਾਂਦੀ। ਡਾਕਟਰ ਸਾਹਿਬ, ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ, ਤੁਸੀਂ ਇਹ ਮੇਰੀ ਗੱਲ ਦਾ ਜਵਾਬ ਨਹੀਂ ਹੋਇਆ। ਇਹ ਜਵਾਬ ਹੋਇਆ ਨਹੀਂ, ਦੂਸਰੀ ਗੱਲ ਇਹ ਮੇਰੀ ਗੱਲ ਦਾ ਕੋਈ ਜਵਾਬ ਨਹੀਂ। ਦੂਜੀ ਗੱਲ ਇਹ ਖੜੀ ਹੈ ਭੈਣ, ਤੁਸੀਂ ਜਿੱਦਾਂ ਨੇ ਇਹਦਾ ਬਾਪੂ ਦਾਖਲ ਕਰਾਇਆ, ਤੁਸੀਂ ਇਹਨਾਂ ਨੂੰ ਕੀ ਕਿਹਾ ਸੀ ਵੀ ਤੁਸੀਂ ਮੂੰਹ ਬੋਲ ਕੇ ਦੱਸ ਦਿਓ ਵੀ 40 ਤੋਂ 45,000 ਰੁਪਏ ਕਿਹਾ ਸੀ ਆਪਰੇਸ਼ਨ ਦਾ ਖਰਚਾ ਇਹਨਾਂ ਨੇ। ਕਿੰਨਾ ਹੋ ਗਿਆ ਹੁਣ ਤੱਕ? 75,000 ਤੱਕ ਮੈਂ ਆਪਦਾ ਕਿਹਾਗਾ ਤੇ 55,000 ਰੁਪਏ ਦਵਾਉਣਾ। 1.25 ਲੱਖ 1,30,000 ਰੁਪਇਆ ਹੋ ਗਿਆ। ਕਿ ਜੇ 15 ਦਿਨ ਇਹ ਹਸਪਤਾਲ ਹੋਰ ਪੈਣਗੇ ਤੇ ਖਰਚਾ ਤਾਂ 10 ਪੈਸੇ ਆਊਗਾ। ਨਹੀਂ, ਮੈਂ ਤੁਸੀਂ ਮੈਨੂੰ ਇਹ ਤਾਂ ਦੱਸ ਦਿਓ। ਨਹੀਂ ਦੇਖ, ਤੁਸੀਂ 40-45,000 ਰੁਪਇਆ ਗਿਆ ਹਨਾ ਵੀ ਕਿੰਨੇ ਆਪਰੇਸ਼ਨਾਂ ਤੇਰੇ ਸਾਹਮਣੇ ਕਿਹਾ, ਬੀਬੀ ਨੇ ਮੈਂ ਕਿਹਾ, ਮੈਂ ਕਸਮ ਖਾ ਕੇ ਗੁਰਦੁਆਰੇ ਸਾਹਿਬ ਆਪ ਵਾਹਿਗੁਰੂ ਸਾਹਿਬ ਬੈਠੇ ਆ, ਮੈਂ ਉਸ ਗੱਲ ਦੇ ਵਿੱਚ ਕਹਿਣਾ, ਮੈਂ ਇਹਨੂੰ ਟੋਟਲ ਖਰਚਾ ਦੱਸਿਆ ਵੀ 3 ਆਪਰੇਸ਼ਨ ਹੋਣਗੇ। ਇਹਨਾਂ ਨੇ ਮੈਨੂੰ ਕਿਹਾ ਵੀ ਸਾਡੀ ਦੂਜੀ ਪਾਰਟੀ ਨਾਲ ਗੱਲ ਚੱਲਦੀ ਹੈ, ਕਿੰਨਾ ਗੱਲ ਹੁੰਦੀ ਹੈ। ਮੈਂ ਇਹਨੂੰ ਕਿਹਾ 2.5-3 ਲੱਖ ਰੁਪਏ ਤੱਕ 3 ਆਪਰੇਸ਼ਨਾਂ ਦਾ ਖਰਚਾ ਵੀ ਜਾ ਸਕਦਾ ਹੈ। ਬਾਪੂ 6 ਮਹੀਨੇ ਸਾਲ ਹੈ ਜਿਹੜਾ ਉਹ ਬੈੱਡ ਤੇ ਰਹੂਗਾ। ਮੈਂ ਦੂਜੇ ਬੰਦੇ ਆਏ, ਤੁਸੀਂ ਮੈਨੂੰ ਉਹਦਾ ਐਕਸ-ਰੇ ਦਿਖਾਓਗੇ ਤੇ ਰਾੜ ਪਾਈ ਹੈ, ਕੀ ਪਾਇਆ? ਐਕਸ-ਰੇ ਕਰਵਾ ਦੇਣਾ ਹੁਣ। ਰਾੜ ਪਾਈ, ਛੋਟੀ ਜਿਹੜੀ ਹੱਡੀ ਆ ਉਹਦੇ ਵਿੱਚ ਜਿਹੜੀ ਆ ਪਤਲੀ, ਮੈਂ ਤੁਹਾਨੂੰ ਸਮਝਾਇਆ ਵੀ ਬਾਹਰ ਪਾਈ, ਸ਼ਿਕੰਜਾ ਪਾਇਆ ਹੋਇਆ, ਬਾਹਰਲੇ ਦੇ ਸ਼ਿਕੰਜਾ ਪਾਇਆ ਉਹਨਾਂ ਦੇ ਵਿੱਚ, ਦੋਨਾਂ ਦੇ ਵਿੱਚ ਅਲੱਗ-ਅਲੱਗ ਕੰਮ ਹੋਇਆ ਹੋਇਆ। ਸਕੰਜਾ ਪਾਉਣ ਦਾ 75,000 ਰੁਪਏ ਲੈ ਲਿਆ ਡਾਕਟਰ ਸਾਹਿਬ। ਕਿੱਥੋਂ 75,000 ਲਿਆ? ਇਹ ਪਰ ਤਾਂ 50 ਦੇਤਾ, 25 ਤੁਸੀਂ ਹੋਰ 25 ਮੰਗ ਰਹੇ ਹੋ। ਰੱਖੇ ਦੋ ਗੱਲਾਂ। ਇਹਨੇ ਉਹਦੀ ਕ੍ਰਸ਼ ਇੰਜਰੀ ਸੀ, ਸਕੰਜਾ ਨਹੀਂ ਕੱਲਾ ਪਾਇਆ। ਉਹਦੀ ਲੱਤ ਹੈ ਜਿਹੜੀ ਉਹ ਬਚੀ ਹੈ। ਜੇ ਲੱਤ ਕੱਟੀ ਜਾਂਦੀ, ਲੱਤ ਤਾਂ ਕਟਾਉਣ ਨੂੰ ਦੇ ਸਰਕਾਰੀ ਦੇ ਵਿੱਚ ਕੱਟ ਦਿੰਦੇ, ਕਟਵਾ ਦਿੰਦੇ। ਮੇਰੇ ਕੋਲੇ ਬਚਾਉਣ ਵਾਸਤੇ ਆਉਂਦਾ। ਆ ਕੁੜੀ ਹੈ, ਇਹਦੀ ਕੁੜੀ ਦੀਆਂ ਸਾਰੀਆਂ ਫੋਟੋਜ਼ ਦੇਖ ਲਾ। ਡਾਕਟਰ ਸਾਹਿਬ, ਮੈਂ ਤੁਹਾਡੀ ਡਿਗਰੀ ਤੇ ਸ਼ੱਕ ਨਹੀਂ ਕਰਦਾ। ਜੇ ਮੇਰੀ ਡਿਗਰੀ ਤੇ ਹੁਣ ਸ਼ੱਕ ਨਹੀਂ, ਅੱਜ ਤੋਂ 10 ਦਿਨ ਨਹੀਂ 10 ਦਿਨ ਪਹਿਲਾਂ ਮੈਂ ਤੁਹਾਡੀ ਡਿਗਰੀ ਤੇ ਸ਼ੱਕ ਨਹੀਂ ਕਰਦਾ। ਬਹਿ ਜਾਓ, ਬਹਿ ਜਾਓ, ਕੋਈ ਨਹੀਂ, ਬਹਿ ਗੱਲ ਕਰੋ। ਮੇਰੀ ਗੱਲ ਤਾਂ ਮੈਂ ਤੁਹਾਡੀ ਡਿਗਰੀ ਤੇ ਸ਼ੱਕ ਨਹੀਂ ਕਰਦਾ। ਤੁਹਾਡੀ ਮੈਂ ਇਹ ਗੱਲ ਤੇ ਨਹੀਂ ਕਹਿੰਦਾ ਵੀ ਤੁਸੀਂ ਮਾਹਰ ਨਹੀਂ ਹੈਗੇ, ਤੁਸੀਂ ਤਾਂ ਉਹੀ ਉੱਠ ਕੇ ਬਹਿ ਗਏ ਪਿੰਡਾਂ ਚੋਂ ਆ ਕੇ। ਮੈਂ ਤਾਂ ਇਹ ਗੱਲ ਨਹੀਂ ਮੈਂ ਕਹਿੰਦਾ ਤੁਸੀਂ ਮਾਹਰ ਹੋ, ਇਸ ਗੱਲ 'ਚ ਕੋਈ ਦੋਰਾਮਾ ਨਹੀਂ। ਮੈਂ ਹਾਂ ਮੰਨ ਲਿਆ। ਦੂਸਰੀ ਗੱਲ, ਜੇ ਅੱਜ ਤੋਂ 10 ਦਿਨ ਪਹਿਲਾਂ ਇਹ ਆਏ, ਮੇਰੇ ਨਾਲ ਇਲਾਜ ਕਰਾਇਆ, ਇਹਨਾਂ ਨੇ ਪੇਮੈਂਟ ਜਮ੍ਹਾਂ ਕਰਵਾਈ, ਉਸ ਦਿਨ ਤੱਕ ਇਹਨਾਂ ਨੂੰ ਮੇਰੇ ਤੇ ਪੂਰਾ ਵਿਸ਼ਵਾਸ ਸੀਗਾ। ਇੱਕ ਚੂਲਾ ਜਿਹਦਾ ਫ੍ਰੈਕਚਰ ਹੈ ਜਿਹੜਾ ਉਹ ਲੱਭ ਗਿਆ ਵੀ ਜੇ ਇਹਨਾਂ ਨੂੰ ਪ੍ਰੋਬਲਮ ਸੀ, ਐਕਸ-ਰੇ ਕਰਾਉਣ ਤੋਂ ਬਾਅਦ, ਉਦੋਂ ਬਾਅਦ ਇਹਨਾਂ ਨੇ ਮਤਲਬ ਇਸ ਚੀਜ਼ ਨੂੰ ਕਹਿਤਾ ਵੀ ਇਹ ਲੁੱਟ ਮਚਾ ਰਹੇ ਹਨ। ਲੋਟਰੀ ਡਾਕਟਰ ਸਾਹਿਬ, ਤੁਸੀਂ ਜਿਹੜਾ ਐਕਸ-ਰੇ ਕੀਤੇ ਸੀ, ਤੁਸੀਂ ਪ੍ਰੋਪਰ ਲੱਤ ਦਾ ਐਕਸ-ਰੇ ਕਿਉਂ ਨਾ ਕੀਤਾ? ਨਹੀਂ ਡਾਕਟਰ ਇਹ ਕਹਿ ਰਹੇ ਨੇ ਕਿ ਤੁਹਾਡੀ ਹੈ ਨਾ। ਨਹੀਂ, ਇਹਦੇ ਵਿੱਚ ਮਗਰ ਤੇ ਚੂਲਾ ਟੁੱਟਿਆ ਨਹੀਂਗਾ, ਚੂਲਾ ਤਾਂ ਪਹਿਲੇ ਟੁੱਟਿਆ ਸੀ, ਤੁਸੀਂ ਧਿਆਨ ਨਹੀਂ ਦਿੱਤਾ। ਨਹੀਂ ਕਰੀ ਮੰਜੇ ਦਾ ਮੈਂ ਚੂਲਾ ਟੁੱਟੀ ਨਹੀਂ। ਮੰਜੇ ਦੇ ਕਹਿੰਦੇ ਡਾਕਟਰ ਸਾਹਿਬ ਚੂਲਾ ਨਹੀਂ ਟੁੱਟਿਆ। 50-55,000 ਦੀ ਪਹਿਲਾਂ ਦਵਾਈ ਲਾਤੀ, 50-55 ਦੀ ਦਵਾਈ ਹੋਰ ਲਾਵਾਂਗੇ, 45-45 ਤੁਹਾਨੂੰ ਦੇਵਾਂਗੇ। ਸਾਡੇ ਤੇ 2.5 ਲੱਖ। ਦੂਜੀ ਗੱਲ ਇੱਕ ਹੋਰ ਗੱਲ ਮੈਨੂੰ ਵੀ ਜਵਾਬ ਦਿਓ। ਹਾਂ, ਇਹ ਕਹਿੰਦੀ ਹੈ ਵੀ ਬੀਬਾ ਦਵਾਈ ਲੱਗੂਗੀ ਜਾਂ ਉਹ ਲੱਗੂਗੀ। ਹਾਂਜੀ, ਇੱਥੇ ਪਲੇਟ ਪੈਣੀ ਸੀ, ਉਹ ਅਲੱਗ ਹੀ ਪੈਣੀ ਸੀ। ਆਪਰੇਸ਼ਨ ਹੋਣਾ ਸੀਗਾ, ਇੱਥੇ ਅਲੱਗ ਹੋਣਾ ਸੀ।
ਉਹਦੇ ਵਿੱਚ ਡਾਕਟਰ ਨੇ ਜਿਹੜੀ ਫੀਸ ਹੱਡੀਆਂ ਵਾਲਿਆਂ ਨੇ ਲੈਣੀ ਸੀ ਉਹ ਅਲੱਗ ਲੈਣੀ ਸੀ ਤੇਥੋਂ, ਉਦੋਂ ਵੀ ਲੈਣੀ ਸੀ, ਹੁਣ ਵੀ ਲੈਣੀ ਸੀ। ਸਾਨੂੰ ਡਾਕਟਰ ਮੇਰੀ ਸਾਹਿਬ ਬੀਬਾ ਮੇਰੀ ਨੂੰ ਮੈਂ ਹਾਂ। ਨਹੀਂ ਦੇਖ ਬੀਬਾ ਸਿਆਣੀ ਤੂੰ ਵੀ ਆ ਹਾਂਜੀ। ਹੁਣ ਮੇਰੇ ਨਾਲ ਗੱਲ ਕਰ ਰਹੀ ਹੈ, ਸਿਆਣਾ ਬਣ ਕੇ ਆਇਆ। ਹਾਂਜੀ। ਇੱਥੇ ਹੱਡੀ ਪੈਣੀ ਸੀ, ਆਪਰੇਸ਼ਨ ਦੀ ਫੀਸ ਅਲੱਗ ਸੀ। ਮੈਂ ਲੱਕੀ ਤੈਨੂੰ ਵੀ ਕਹਿ ਚੁੱਕਿਆ ਵੀ ਸੁਣ ਕਰਨ ਵਾਲੇ ਡਾਕਟਰ ਦੀ ਫੀਸ ਵੱਧ ਗਈ। 3500 ਰੁਪਇਆ ਇੱਕ ਟੀਕਾ ਲਾਉਣ ਦੀ ਫੀਸ ਲੈ ਲੈਂਦੇ ਆ ਡਾਕਟਰ। ਇਦੋਂ ਵੱਡੀ ਲੁੱਟ ਕਿੱਥੇ ਹੋ ਮੈਨੂੰ ਉਹਦਾ ਦੱਸ ਦਿਓ। 3500 ਰੁਪਇਆ ਇੱਕ 10 ਮਿੰਟਾਂ ਡਾਕਟਰ ਟੀਕਾ ਲਾ ਕੇ ਪਾਗਾ। 3500 ਰੁਪਇਆ ਇੱਕ ਟੀਕਾ ਲਾਉਣ ਦਾ ਹੀ। ਉਸ ਤੋਂ ਬਾਅਦ ਜੇ ਬੰਦਾ ਮਰ ਜੇ, ਹਾਂ ਜੇ ਬੰਦਾ ਮਰ ਜੇ ਚਲੋ ਮੰਨ ਲੈਂਦੇ ਜੇ ਆ ਬੰਦਾ ਮਰ ਜੇ ਉਹਦੀ ਰਿਸਪੌਂਸਿਬਿਲਟੀ ਧਿਆਨ ਰੱਖਦਾ ਨਹੀਂ ਰਿਸਪੌਂਸਿਬਲ ਤਾਂ ਤੁਸੀਂ ਹੋਵੋਗੇ ਨਾ, ਤੁਸੀਂ ਇਸ ਕਿੱਤੇ ਦੇ ਮਾਹਰ ਹੋ। ਪਰ ਮੈਂ ਤਾਂ ਜਾਣਦਾ ਨਹੀਂ ਟੀਕਾ ਲਾਉਣੀ, ਮੈਂ ਆ ਕੇ ਲਾ ਦੂੰਗਾ। ਮੈਂ ਤਾਂ ਇਹ ਇੰਨਾ ਦਾ ਘੱਟੋ ਘੱਟ ਡਾਕਟਰ ਸਾਹਿਬ ਇੰਨਾ ਦਾ ਦੇਖ ਲਓ, ਇੱਕ ਟੀਕਾ ਲਾਉਣ ਦਾ 3500 ਰੁਪਇਆ। ਇਹ ਟੀਕਾ ਨਾੜ ਦੇ ਵਿੱਚ ਲੱਗਦਾ ਹੈ, ਸੁੰਨ ਕਰਨ ਵਾਲੀ ਦਾ ਚੀਜ਼ ਦੇ ਵਿੱਚ ਹੁੰਦਾ। ਦੇਖ ਹਰ ਇੱਕ ਚੀਜ਼ ਹੈ। ਹੁਣ ਜੇ ਆਪਾਂ ਇਹ ਕਹੀਏ ਟਾਂਕੇ ਆ ਜਿਹੜੇ ਆ ਜਿਹੜੀ ਕੁੜੀ ਦੇ ਜੋੜੇ ਆ, ਸਿਰ ਜੋੜਿਆ ਜਿਹੜਾ ਸਕਲਪ ਨਿਕਲੀ ਸੀ, ਇਹਦੇ ਤੇ ਵੀ ਮੈਂ ਟਾਂਕੇ ਲਾਏ ਆ। ਹੁਣ ਜੇ ਮੈਨੂੰ ਆਏ ਕਿ ਵੀ ਟਾਂਕੇ ਲਾਉਣ ਦੇ ਨਹੀਂ ਨਹੀਂ ਦੇਖੋ ਛੋਟੇ ਲਈ ਤਾਂ ਕੰਮ ਉਹ ਚਾਹੇ 2 ਟਾਂਕੇ ਲਾ ਦਿਓ ਤੇ ਚਾਹੇ 4 ਲਾ ਦਿਓ, ਛੋਟੇ ਲਈ ਤਾਂ ਕੰਮ ਬਰਾਬਰ ਨਹੀਂ। ਇਹ ਕੰਮ ਬਰਾਬਰ ਨਹੀਂ ਹੈ। ਇਹ ਐਡੀ ਇਹੀ ਮੈਂ ਫਰਕ ਤੈਨੂੰ ਦੱਸਦਾ। ਹੁਣ ਜਿਹੜਾ ਬੰਦਾ ਮਾਹਰ ਆ, ਮੰਨ ਲਓ ਸੁਣਨ ਵਾਲਾ ਟੀਕਾ ਲਾਉਣੇ ਆਪਾਂ, ਜਿਹੜਾ ਸੁਣਨ ਵਾਲਾ ਟੀਕਾ ਲਾਉਣ ਦਾ ਡਾਕਟਰ ਮਾਹਰ ਹੈ, ਉਹਨੇ ਟੀਕਾ ਹੀ ਲਾਉਣਾ। ਟੀਕਾ ਉਹਨੇ ਮੰਨ ਲਓ 5 ਮਿੰਟਾਂ 'ਚ ਲਾਦਾ, 10 ਮਿੰਟਾਂ 'ਚ ਲਾਦਾ, ਟੀਕਾ ਤਾਂ ਸਹੀ ਲਾਊਗਾ। ਇਹ ਤਾਂ ਹੈ ਨਹੀਂ ਵੀ ਉਹ ਢੂਹੀ ਲਾਉਣ ਦੀ ਬਜਾਏ ਲੱਤ 'ਤੇ ਲਾ ਦੂਗਾ ਟੀਕਾ, ਉਹਨੂੰ ਪਤਾ ਹੀ ਨਹੀਂ ਹੈਗਾ। ਹੁਣ ਉਹਦਾ ਵੀ ਤਾਂ ਘੱਟੋ ਘੱਟ ਸਾਨੂੰ ਦੱਸ ਦਿਓ ਵੀ 3500 ਰੁਪਏ ਇੱਕ ਟੀਕੇ ਦਾ 4000 ਰੁਪਏ ਲਈ ਜਿਹਨੇ ਉਹ ਐਡਾ ਵੱਡਾ ਧੱਕਾ ਟੁੱਟ ਗਿਆ। ਨਹੀਂ ਇਹਦੇ ਵਿੱਚ ਧੱਕਾ ਕੀ ਹੈ? ਸਰਕਾਰੀ ਦੇ ਵਿੱਚ ਜਾ ਕੇ ਸੁਣ ਕਰਨ ਵਾਲੇ ਡਾਕਟਰ ਜੇ ਬਾਹਰੋਂ ਤੋਂ ਆਉਂਦੇ ਆ, ਕੋਈ ਵੀ ਸਰਕਾਰੀ ਦੇ ਵਿੱਚ ਤੈਨੂੰ ਬਿੱਲ ਕੱਟ ਕੇ 1500 ਰੁਪਏ ਦੀ ਰਸੀਦ ਦੇਣੀ। 1500 ਲੈਂਦੇ ਆ, ਮੈਂ ਪਤਾ ਕਰਕੇ ਆਇਆ ਸਰਕਾਰੀ ਚੋਂ 1500 ਰੁਪਏ ਮੈਂ ਕਿਹੜਾ ਗਲਤ ਬੋਲ ਰਿਹਾ? ਹਾਂ 1500 ਰੁਪਏ ਦੀ ਰਸੀਦ ਦੇਣਗੇ। ਹਾਂ। ਉਹ ਕਿਉਂ ਕਰਦੇ ਆ? ਇੱਥੋਂ ਵਾਲਾ ਪ੍ਰਾਈਵੇਟ ਵਾਲਾ ਬੰਦਾ ਜਾਂਦਾ ਹੈ, ਸਰਕਾਰੀ ਦੇ ਵਿੱਚ 1500 ਦੀ ਰਸੀਦ ਤੇ ਬਾਜੀ ਵਾਲ ਨਹੀਂ ਹੈ ਨਾ। ਨਹੀਂ ਮੇਰਾ ਮਤਲਬ ਉਹ ਨਹੀਂ ਹੈ। ਆਪਾਂ 1500 ਦੀ ਬਜਾਏ ਆਪਾਂ 3500 ਲੈ ਲਿਆ। 3500 ਨਹੀਂ, ਮੈਂ ਤੈਨੂੰ ਦੱਸਿਆ ਵੀ ਚਾਰजेस ਕਿਵੇਂ ਹੁੰਦੇ ਆ। ਹਾਂ। ਘੰਟਿਆਂ ਦੇ ਮੁਤਾਬਕ ਚਾਰजेस ਹੈ। ਜਿਹੜਾ ਆਪਰੇਸ਼ਨ ਛੋਟਾ ਆਪਰੇਸ਼ਨ ਹੈਗਾ ਉਹਦੇ ਘੱਟ ਚਾਰजेस ਹੁੰਦੇ ਆ, ਜਿਹੜਾ ਆਪਰੇਸ਼ਨ ਵੱਡਾ ਹੁੰਦਾ ਉਹਦੇ ਵੱਡੇ ਚਾਰजेस ਹੁੰਦੇ ਆ। ਡਾਕਟਰ ਸਾਹਿਬ ਟੀਕਾ ਦਾ ਵੱਡੇ ਵਾਲੇ ਦੇ ਵੀ ਉਹੀ ਲੱਗਣਾ ਤੇ ਛੋਟੇ ਦੇ ਵੀ ਉਹੀ ਲੱਗਣਾ ਹੈ। ਜੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਸੁਣਨ ਕਰਨ ਵਾਲਾ ਡਾਕਟਰ ਜਾਂਦਾ ਉਹ 1500 ਲੈਂਦਾ ਹੈ ਤੇ ਤੁਸੀਂ 3500 4000 ਕਾਹਦਾ ਲਈ ਜਾਂਦੇ ਹੋ? ਆਪਰੇਸ਼ਨ ਹੈ ਜਿਹੜਾ ਅੱਧੇ ਘੰਟੇ ਦੇ ਵਿੱਚ ਆਪਰੇਸ਼ਨ ਉਹ ਵੀ ਤਾਂ ਆਪਰੇਸ਼ਨ ਕਰਦੇ ਨੇ, ਤੁਸੀਂ ਵੀ ਤਾਂ ਆਪਰੇਸ਼ਨ ਕਰਦੇ ਹੋ। ਪਲਾਸਟਿਕ ਸਰਜਨ ਉੱਥੇ ਕੋਈ ਨਹੀਂ ਹੈ ਲੱਖੇ, ਮੈਂ ਇਕੱਲਾ ਹੀ ਪਲਾਸਟਿਕ ਸਰਜਨ ਹੈ। ਉਹ ਜਨਾਬ ਜੇ ਤੁਸੀਂ ਪਲਾਸਟਿਕ ਸਰਜਨ ਹੋ, ਲੋਕਾਂ ਦੇ ਗਲ ਤਾਂ ਨਹੀਂ ਕੱਟਣੇ। ਮੈਂ ਗੱਲ ਜਿਹੜਾ ਕੱਟਿਆ ਮੈਨੂੰ ਜਵਾਬ ਦਿਓ ਕਿਸੇ ਗੱਲ ਦਾ, ਕੋਈ ਮੈਨੂੰ ਠੋਸ ਤਾਂ ਜਵਾਬ ਦੇ ਦਿਓ। ਮੈਂ ਦੱਸ ਥੋੜੀ ਦਵਾਈ 'ਚ ਮੈਂ ਪੁੱਛਿਆ, ਤੁਸੀਂ ਇਹਦੇ 'ਚ ਨਹੀਂ ਮੈਨੂੰ ਜਵਾਬ ਦੇ ਸਕੇ ਵੀ ਇੱਕ ਸ਼ੀਸ਼ੀ ਦੇ ਮਗਰ ਇਹ 250 ਰੁਪਇਆ ਤੁਸੀਂ ਵੱਧ ਲਈ ਜਾਂਦੇ ਹੋ ਤੇ ਆਹ ਠੱਬਾ ਬਿੱਲਾਂ ਦਾ ਇਹਦੇ ਵਿੱਚ ਤੁਸੀਂ ਖਬਰਾਂ ਕੀ ਕੁਝ ਲਾਤਾ ਹੋਊਗਾ। ਦੂਜੀ ਗੱਲ ਜੋ ਇਲੀਗਲ ਹੈ, ਜੋ ਗੈਰ ਕਾਨੂੰਨੀ ਹੈ, ਤੁਸੀਂ ਬ੍ਰਾਂਡ ਨਹੀਂ ਲਿਖ ਸਕਦੇ, ਤੁਸੀਂ ਸਾਲਟ ਲਿਖ ਸਕਦੇ ਹੋ, ਉਹ ਮੈਨੂੰ ਜਵਾਬ ਨਹੀਂ ਤੁਹਾਡੇ ਕੋਲ ਆਇਆ। ਮੈਂ ਸਰਕਾਰੀ ਡਾਕਟਰ ਨਾਲ ਤੁਹਾਡੀ ਗੱਲ ਕਰਾਤੀ ਹੈ ਨਾ। ਤੀਜੀ ਗੱਲ 45000 ਰੁਪਏ ਤੁਸੀਂ ਕਰਕੇ ਇਹਨਾਂ ਨਾਲ ਗੱਲ ਕੀਤੀ, ਚਲੋ ਤੁਸੀਂ 75 ਲੈ ਲਿਆ, ਉਹ ਵੀ ਨਿਬੜ ਗਿਆ। ਸੁਣ ਲਓ ਤੁਸੀਂ 75 ਲੈ ਲਓ ਵੀ ਨਿਬੜ ਗਿਆ, ਤੁਸੀਂ 50000 ਦੀ ਦਵਾਈ ਲਾਤੀ ਉਹ ਵੀ ਨਿਬੜ ਗਿਆ। ਤੀਜੀ ਗੱਲ ਅੱਜ 10 ਦਿਨ ਹੋ ਗਏ 11 ਦਿਨ ਪਏ ਨੂੰ ਮਰੀਜ਼ ਨੂੰ, ਚੂੜਾ ਮਰੀਜ਼ ਦਾ ਟੁੱਟਿਆ ਹੋਇਆ, ਤੁਹਾਨੂੰ ਚੂੜੇ ਦਾ ਹੀ ਨਹੀਂ ਪਤਾ ਲੱਗਿਆ। ਹੁਣ ਚੂੜੇ ਦਾ ਦੁਬਾਰੇ ਨਵੇਂ ਸਿਰੋਂ ਆਪਰੇਸ਼ਨ ਕਰੋਗੇ, ਸਾਰੀ ਮੈਡੀਸਨ ਉਹੀ ਲੱਗੂ, ਫਿਰ ਤੁਸੀਂ ਰੱਖੋਗੇ 6 ਦਿਨ 5 ਦਿਨ ਆਈਸੀਯੂ 'ਚ 6000 ਰੁਪਏ ਆਈਸੀਯੂ ਦਾ ਤੁਸੀਂ ਫਿਰ ਉਹ ਲਾਓਗੇ ਇੱਕ ਦਿਨ ਦਾ। ਇਹ ਤਾਂ ਮਾਰਦੇ ਗਰੀਬ, ਇਹਨਾਂ ਕੋਲ ਇੱਕ ਮਰਲਾ ਜ਼ਮੀਨ ਨਹੀਂ, ਕਿੱਥੇ ਉਹ ਇੱਕ ਦਿਨ 'ਚ ਹੀ ਕੰਮ ਨਿਬੜੇ ਨੇ ਆਈਸੀਯੂ ਕਿੱਥੇ ਤੁਸੀਂ ਇਕੱਠੇ ਹੀ ਕਰ ਦਿੰਦੇ। ਉਹ ਜੀ ਕਹਿੰਦਾ ਰਿਹਾ ਵੀ ਮੇਰਾ ਥੱਲੇ ਤੋਂ ਬਹੁਤ ਜ਼ਿਆਦਾ ਦੁਖਦਾ, ਤੇ ਪੀੜ ਕਰਦਾ। ਇਹ ਡਾਕਟਰ ਸਾਹਿਬ ਆਦੇ ਕਿ ਤੇਰੇ ਹੱਥ ਟਾਕੀਆਂ ਆਈਆਂ ਨਹੀਂ ਤਾਂ ਕਰਕੇ ਦੁਖਦਾ, ਉਹ ਤਾਂ ਦੁਹਾਈ ਕਰਦਾ ਹੀ। ਹੁਣ ਦੱਸੋ ਅਸੀਂ ਗਲਤ ਹੈ ਕਿਤੇ? ਉਹਦੇ ਦਾ ਸਾਡਾ ਮਕਸਦ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੋਈ ਟਸਰ ਪਾਉਣਾ ਨਹੀਂ, ਤੁਹਾਡੀ ਕੋਈ ਬੇਇੱਜ਼ਤੀ ਕਰਨਾ ਨਹੀਂ ਆ। ਤੁਹਾਡੀ ਮੈਂ ਡਿਗਰੀ ਪਤਾ ਕਰਕੇ ਆ ਡਾਕਟਰ ਤੋਂ, ਤੁਸੀਂ ਮੈਨੂੰ ਲੱਗਦਾ ਬਠਿੰਡੇ ਦੇ ਵਿੱਚ 1 ਜਾਂ 2 ਇਨਸਾਨ ਹੋ ਜਿਨ੍ਹਾਂ ਕੋਲ ਇਹ ਡਿਗਰੀ ਹੈ। ਬਹੁਤ ਮਾਹਰ ਹੋ ਤੁਸੀਂ ਇਸ ਗੱਲ 'ਚ, ਕੋਈ ਦੋ ਰਾਮਾ ਨਹੀਂ। ਪਰ ਮੈਂ ਤਾਂ ਕਹਿੰਦਾ ਇਹਨਾਂ ਲੋਕਾਂ ਦੇ ਤਰਸ ਖਾਓ। ਇਹ ਲੋਕ ਬਹੁਤ ਵਿਚਾਰੇ ਗਰੀਬ, ਪਤਾ ਨਹੀਂ ਕਿੱਥੋਂ ਦੁਖੀ ਬੰਦੇ ਨੇ ਵਿਚਾਰੇ। ਖਬਰਾਂ ਕਹਿੰਦੇ ਆ ਸਰਪੰਚ ਆ ਪਿੰਡ ਦਾ 10000 ਤਨਖਾਹ ਕਿਤੋਂ ਫੜ ਕੇ ਲਿਆਇਆ, 5 ਕਿਸ ਤੋਂ ਇਕੱਠਾ ਕੀਤਾ, 5 ਕਿਸ ਤੋਂ ਇਕੱਠੇ ਕਰਨ ਵਾਲੇ ਲੋਕ। ਪਰਸੋਂ ਕਹਿੰਦੇ ਤੁਸੀਂ 10000 ਤੱਕ ਰਿਕਸ਼ਾ ਵਾਲੇ ਨੂੰ ਵੀ ਮਿਲ ਜਾਂਦਾ ਹੁੰਦਾ, ਮੈਨੂੰ ਕਹਿੰਦੇ ਆ ਕੁੜੀ ਨੇ ਫਿਰ ਤੁਸੀਂ ਹੋਰ ਕਹਿੰਦੇ ਹੋ, ਹਾਂ ਤੁਸੀਂ ਇਹਨੂੰ ਭੈਣ ਨੂੰ ਕਿਹਾ ਵੀ ਤੁਸੀਂ ਲੱਖੇ ਨੂੰ ਕਿਉਂ ਬੁਲਾਇਆ? ਕਿਹਾ ਇਹਨਾਂ ਨੇ ਹੁਣ ਜਦੋਂ ਬਾਹਰ ਨਿਕਲੇ ਆ ਤੁਸੀਂ ਆਪ ਗੱਲ ਕਰ ਲੈਂਦੇ ਹਾਂ। ਮੈਂ ਆ ਗਿਆ। ਹਾਂਜੀ ਮੈਂ ਕਹਿੰਦਾ ਜਾਂ ਤਾਂ ਮਰੀਜ਼ ਮੇਰੇ ਨਾਲ ਆ ਕੇ ਇੱਕ ਵਾਰੀ ਗੱਲ ਕਰਦਾ, ਮੈਨੂੰ ਕਹਿੰਦਾ ਦੱਸੇ ਵੀ ਡਾਕਟਰ ਸਾਹਿਬ ਮੈਨੂੰ ਆਹ ਪ੍ਰੋਬਲਮ ਦੱਸਿਆ ਡਾਕਟਰ ਸਾਹਿਬ ਤੁਹਾਨੂੰ ਰੋ ਕੇ ਤੁਹਾਡੇ ਕੋਲ ਦੱਸ ਕੇ ਗਏ ਆ। ਡਾਕਟਰ ਸਾਹਿਬ 510,000 ਰੁਪਏ ਦੀ ਕੁੜੀ ਨੇ ਤੁਹਾਡੇ ਨਾਲ ਬੁਲਾਇਆ, 10000 ਰੁਪਏ ਦਿੱਤਾ, ਤੁਸੀਂ ਕਿੰਨਾ ਰੂਟਲੀ ਬੋਲੇ 10000 ਤੱਕ ਰਿਕਸ਼ਾ ਵਾਲੇ ਨੂੰ ਵੀ ਮਿਲ ਜਾਂਦਾ।
ਜੇ ਡਾਕਟਰ ਸਾਹਿਬ ਕੋਈ ਦਮ ਹੋਵੇ ਫਿਰ ਵੀ 10000 ਮਿਲਦਾ ਹੁੰਦਾ ਹੈ। ਬੀਬਾ ਮੇਰੀ ਗੱਲ ਸੁਣ, ਆ ਜਿਹੜੀਆਂ ਗੱਲਾਂ ਹੁਣ ਤੂੰ ਕਹਿ ਰਹੀਆਂ ਕਰ ਰਹੀਆਂ, ਇਹ ਚੂਲੇ ਅੱਜ ਤੋਂ ਤੋਂ ਪਹਿਲਾਂ ਮੇਰੇ ਤੂੰ ਕੋਲ ਡਾਕਟਰ ਸਾਹਿਬ ਚੂਹਾ ਟੁੱਟਿਆ ਤੁਸੀਂ ਉਹਦੇ ਅਣਗਹਿਲੀ ਕਰੀ ਸਾਨੂੰ ਚੂਲੇ ਪਿੱਛੇ ਦੁਖੀ ਆ ਅਸੀਂ ਕੀ ਅਣਗਹਿਲੀ ਕੀ ਹੈ? ਇੱਕ ਐਕਸ-ਰੇ ਨਹੀਂ ਹੋ ਪਾਇਆ। ਤੇ ਤੁਸੀਂ ਕਰਨੇ ਸੀ ਐਕਸਰੇ ਅਸੀਂ ਤਾਂ ਨਹੀਂ ਡਾਕਟਰ ਤੁਸੀਂ ਕਰਨਾ ਡਾਕਟਰ ਸਾਹਿਬ ਤੁਸੀਂ ਅਸੀਂ ਬੀਬਾ ਦਵਾਈਆਂ ਐਂ ਹਾਂਜੀ, ਕਰਦਾ ਹੈ, ਹਾਂਜੀ। ਜੇ ਹੁਣ ਤੋਂ ਐਂ ਗੱਲ ਹੋ ਜਾਂਦੀ ਹੈ, ਮੈਂ ਸਾਰਾ ਮਰੀਜ਼ ਆ, ਹੁਣ ਮੇਰੇ ਕੋਲੇ 5 ਮਰੀਜ਼ ਪਏ ਆ, ਮੈਂ ਉੱਪਰੋਂ ਤੋਂ ਲੈ ਕੇ ਸਾਰਾ ਸਕੈਨ ਕਰਵਾ ਲੈਣਾ। ਉਹਦੇ ਚ ਡਾਕਟਰ ਖਰਚਾ ਸਾਹਿਬ ਮੇਰੀ ਗੱਲ ਸੁਣ, ਛੱਡੋ। ਖਰਚਾ ਕਿਹਦੇ ਤੇ ਪਊਗਾ? ਮਰੀਜ਼ ਤੇ। ਇਹਨਾਂ ਕੋਲੇ ਕੋਈ Scan ਸਵਾਲ ਜਵਾਬ ਨਹੀਂ ਹੈਗਾ, ਮੇਰੀ ਗੱਲ ਸੁਣ ਲਓ। Scan- ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਹੁਣ ਜਿਹੜਾ ਇਹਦਾ ਤੁਸੀਂ ਇਲਾਜ ਕਰੋਗੇ ਚੂਲੇ ਦਾ, ਉਹ ਦੱਸੋ ਕਿਵੇਂ ਕਰੋਗੇ? ਸਰ ਮੇਰੀ ਗੱਲ ਸਮਝੋ, ਮੈਂ ਇਹਨਾਂ ਨੂੰ ਸਮਝਾ ਚੁੱਕਿਆ ਵੀ ਉਹ ਹੱਡੀਆਂ ਵਾਲੇ ਡਾਕਟਰ ਸਾਹਿਬ ਦਾ ਕੰਮ ਹੈ। ਹੱਡੀਆਂ ਵਾਲੇ ਡਾਕਟਰ ਸਾਹਿਬ ਨੂੰ ਬੁਲਾਉਂਗਾ, ਤੁਹਾਡੇ ਨਾਲ ਗੱਲ ਕਰਵਾ ਦੂੰਗਾ। ਆ ਬੀਬਾ ਬੈਠੀ ਹੈ, ਜਿੰਨਾ ਖਰਚਾ ਜੇ ਕਹਿਣਗੇ ਸੁਣ ਕਰਨ ਵਾਲੇ ਡਾਕਟਰ ਸਾਹਿਬ ਦੀ ਪੇਮੈਂਟ ਮੈਂ ਦੇਵਾਂਗਾ। ਕਿਉਂ? ਪਹਿਲਾ ਆਪਰੇਸ਼ਨ ਹੈ ਜਿਹੜਾ, ਉਹਦੇ ਵਿੱਚ ਜੇ ਕਰ ਲੈਂਦੇ ਤਾਂ ਪੇਮੈਂਟ ਇਹਨਾਂ ਦੀ ਨਹੀਂ ਲੱਗਣੀ ਸੀ। ਇਹਨਾਂ ਨੂੰ ਮੈਂ ਤੁਹਾਨੂੰ ਉਹ ਵੀ ਕਹਿ ਚੁੱਕਿਆ। ਦੂਜੀ ਗੱਲ ਸੁਣ ਲਓ। ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਹੱਡੀਆਂ ਵਾਲੇ ਡਾਕਟਰ ਨੂੰ ਬੁਲਾਵਾਂਗੇ। ਜਿਹੜੀ ਲੱਤ ਦੀ ਹੱਡੀ ਟੁੱਟੀ ਸੀ, ਉਹਦੇ ਦੇ ਨਾਲ ਮਾਸਪੇਸ਼ੀਆਂ ਟੁੱਟੀਆਂ ਵੀਆਂ ਸੀ। ਸੁਣੋ ਨਾ ਸੁਣੋ, ਉਹ ਵੀ ਤਾਂ ਹੱਡੀ ਦਾ ਹੀ ਮਸਲਾ ਸੀ। ਹੱਡ ਦੇਖੋ, ਦੋ ਹੱਡੀਆਂ ਔਰਤ ਦਾ ਮਸਲਾ ਸੀ ਨਾ। ਹਰ ਇੱਕ ਚੀਜ਼ ਔਰਤ ਦਾ ਮਸਲਾ ਨਹੀਂ ਹੁੰਦਾ। ਨਹੀਂ, ਚੂਲੇ ਦੀ ਹੱਡੀ ਟੁੱਟ ਗਈ, ਬਾਂਹ ਦੀ ਟੁੱਟ ਗਈ, ਲੱਤ ਦੀ ਟੁੱਟ ਗਈ, ਤਾਂ ਮਸਲਾ ਤਾਂ ਹੱਡੀ ਦਾ ਨਹੀਂ ਹੈ। ਤੁਸੀਂ ਤੁਸੀਂ ਜਿਹੜੀਆਂ ਹੱਡੀਆਂ ਮੇਰੇ ਕੋਲ ਮੈਂ ਮੇਰੀ ਗੱਲ ਜੇ ਡਾਕਟਰ ਸਾਹਿਬ, ਮੈਂ ਤਾਂ ਇੰਨੀ ਬੇਨਤੀ ਕਰਦਾ ਕਿ ਜੇ ਤੁਹਾਨੂੰ ਇਹ ਸੀਗਾ ਕਿ ਵੀ ਅਸੀਂ ਇਸ ਮਸਲੇ ਨੂੰ ਅਸੀਂ ਨਹੀਂ ਨਜਿੱਠ ਸਕਦੇ ਜਾਂ ਨਹੀਂ ਠੀਕ ਕਰ ਸਕਦੇ, ਤੇ ਦਾਖਲ ਕਿਉਂ ਕਰ ਰਿਹਾ ਬੰਦਾ? ਠੀਕ ਤਾਂ ਕਰਤਾ, ਇੱਥੋਂ ਵਾਲੀ ਲੱਤ ਬਚਾ ਤਾਂ ਦਿੱਤੀ। ਇਹ ਚੂਲੇ ਵਾਲਾ ਨਵਾਂ ਪੰਗਾ, ਪਤਾ ਵੀ ਡਾਕਟਰ ਬਾਹਰੋਂ ਆਊਗਾ। ਦੇਖ, ਜੇ ਕੋਈ ਚੀਜ਼ ਦੀ ਪ੍ਰੋਬਲਮ ਆਊਗੀ, ਜਿਹੜਾ ਸਪੈਸ਼ਲਿਸਟ ਹੈ ਉਹਨੂੰ ਨਹੀਂ ਬੁਲਾਉਂਗਾ ਤਾਂ ਫਿਰ ਮੈਂ ਫਸਦਾ। ਜਨਾਬ, ਉਹ ਵੀ ਤਾਂ ਚੂਲੇ ਦਾ ਕੰਮ, ਲੱਕ ਦਾ ਕੰਮ, ਜੋ ਬਾਹਾਂ ਦਾ ਕੰਮ, ਲੱਤਾਂ ਦਾ ਕੰਮ ਹੱਡੀਆਂ 'ਚ ਹੀ ਆ ਗਿਆ ਨਾ। ਟੁੱਟਿਆ ਚੂਲਾ ਵੀ ਹੈ ਤੇ ਟੁੱਟੀ ਲੱਤ ਵੀ ਹੈ। ਨਹੀਂ, ਇਹ ਫਿਰ ਪੰਜਾਬੀ ਭਾਸ਼ਾ ਦੇ ਵਿੱਚ ਇੱਕੋ ਗੱਲ ਹੈ। ਇੱਥੋਂ ਸਕੈਨ ਲੈ ਕੇ ਆਈ ਉੱਥੋਂ ਦਾ ਬੱਚੇ ਲੈ ਆਈ ਬਾਈ, ਮੇਰੀ ਸੈਨ ਲਿਆ ਦੇ। ਇੱਕ ਸਾਨੂੰ ਐਕਸਰੇ ਕਰਾ ਦੇ। ਐਕਸਰੇ ਕਰਾਓ ਜੀ ਉਹਨੂੰ। ਐਕਸਰੇ ਕਰਾ ਦੇ ਵੀਰੋ, ਕੀ ਪਾਇਆ ਉਹ ਦਿਖਾਓ। ਹੁਣ ਅਸੀਂ ਜਨ ਸੁਧੀ ਵਾਲੀ ਦੁਕਾਨ ਤੇ ਜਾ ਕੇ ਆਏ ਆ, ਜਿਹੜੀ ਇੱਥੇ ਆਪਣੇ ਸੈਂਟਰ ਸਰਕਾਰ ਨੇ ਖੋਲ੍ਹੀਆਂ ਨੇ। ਸੋਡੇ ਕੋਲ ਦਵਾਈ ਹੈਗੀ 120 ਦੀ, ਉੱਥੇ ਕੱਲੇ 20 ਦੀ ਹੈ। ਤੁਸੀਂ ਮੈਨੂੰ ਲਾਇਸੈਂਸ ਦਿਖਾ ਦਿਓ, ਆਪਣੀ ਮੈਡੀਕਲ ਦਾ ਦਿਖਾਓ, ਕਿੱਥੇ ਤੁਹਾਡੇ ਕੋਲ ਕਿਹੜੀ ਡਿਗਰੀ ਹੈ, ਲਾਇਸੈਂਸ ਦਿਖਾਓ। ਸਾਰਾ ਕੁਝ ਦਿਖਾਓ। ਜਦ ਦਿਖਾਓ। ਵੀ ਅਸੀਂ ਤਾਂ ਉਹ ਦੇਣ ਪਿੱਛੇ ਲੋਕਾਂ ਮੂਹਰੇ ਹੱਥ ਕਰਦੇ ਤੁਰੇ ਫਿਰਦੇ, ਹੁਣ ਅਸੀਂ ਹੁਣ ਅਸੀਂ ਸਾਰਾ ਕਿਹਦੇ ਦਿਨ ਭਾਂਡੇ ਕਿਤੇ ਕਿੱਥੇ ਫੜ ਕੇ ਲਾਂਗੇ? ਉਹ ਤਾਂ ਬੀਬਾ, ਹੁਣ ਜਦੋਂ ਮੈਂ ਕਰੀ ਤੈਨੂੰ ਜਾਂਦਾ। ਪਹਿਲੇ ਦਿਨ ਕਿਹਾ ਸੀ 2.5 ਤੋਂ 3 ਲੱਖ ਰੁਪਇਆ ਡਾਕਟਰ ਖਰਚਾ ਸਾਹਿਬ ਹੋਇਆ। ਤਿੰਨ ਆਪਰੇਸ਼ਨਾਂ ਦਾ। ਮੇਰੀ ਗੱਲ ਸੁਣ। ਸੀਰੀਅਸ ਗਿਆ ਬਾਈ, ਤੁਸੀਂ ਉਹਦੇ ਗੱਲ ਹੋਈ ਸੀ ਨਾ, ਕੋਈ ਪਹਿਲੇ 2.5 ਲੱਖ ਦੀ ਪਹਿਲੇ ਤਾਂ ਗੱਲ ਨਹੀਂ ਨਹੀਂ, ਇਹਦੇ ਬੀਬਾ, ਫਿਰ ਜੇ ਦੇਖ, ਜੇ ਹੁਣ ਆਈ ਮੁੱਕਰੇਂਗੀ ਫਿਰ ਤਾਂ ਕੁਝ ਨਹੀਂ ਹੈ। ਕਦੇ ਝੂਠ ਨਹੀਂ ਮਾਰਦੇ। ਫਿਰ ਚੀਜ਼ ਦਾ ਤਾਂ ਗੱਲ ਹੀ ਕੁਝ ਨਹੀਂ ਗਿਰਿਆ ਹੋਇਆ ਹੈ। ਨਹੀਂ ਵੀ ਝੂਠ ਬੋਲਦੇ। ਸਰਪੰਚ ਸਾਹਿਬ ਹੈ, ਦੋਨੇ ਸਰਪੰਚ ਆਏ ਸੀ, ਇਹਨਾਂ ਨੂੰ ਵੀ ਮੈਂ ਕਿਹਾ ਵੀ ਕਿੰਨੇ ਹੈਗੇ ਆ। ਸਰਪੰਚ ਸਾਹਿਬ ਤੁਸੀਂ ਬੈਠੋ, ਲੱਖ ਰੁਪਏ ਦੀ ਗੱਲ ਨਹੀਂ ਹੋ ਰਹੀ ਸੀ ਵੀ ਲੱਖ ਰੁਪਏ ਜਿਹੜਾ ਚੀਜ਼ ਹੈ ਉਹ ਉਹਨਾਂ ਦੇ ਵਿੱਚ ਦਵਾਇਆ ਜਾਵੇ ਜਾਂ ਇਹਨਾਂ ਨੂੰ ਖਰਚੇ ਦੇ ਵਿੱਚ ਗੱਲ ਹੋਵੇ। ਉਹ ਤਾਂ ਉਹਨਾਂ ਆਪਸ ਵਿੱਚ ਗੱਲ ਹੋ ਰਹੀ ਸੀ ਨਾ। ਠੀਕ ਹੈ, ਉਹਨਾਂ ਜੇ ਦੀ ਹੋਈ ਸੀ। ਮੈਂ 45,000 ਲਵਾਂ ਤੇ ਇਹ ਲੱਖ ਕਿਉਂ ਮੰਗਦੇ ਸੀ? ਮੈਂ ਵੈਸੇ ਗੱਲ ਕਰਦਾ, ਮੈਂ ਇਹਨਾਂ ਨੂੰ ਖਰਚਾ ਦੱਸਿਆ ਸੀ ਵੀ 2.5 ਲੱਖ ਉਹ ਤਾਂ ਜਿਹੜੀ ਖਰਚਾ। ਡਾਕਟਰ ਸਾਹਿਬ ਜਿਹੜੀ ਉਹ ਗੱਲ ਹੈ ਨਾ, ਉਹ ਤਾਂ ਪੰਚਾਇਤੀ ਹੀ ਸਾਡੀ, ਉਹ ਤਾਂ ਆਪਸ ਵਿੱਚ ਉਹ ਬੰਦੇ ਨੂੰ ਹਮਦਰਦੀ ਸੀ ਤਾਂ ਆਪਣੇ ਕੋਲੇ ਆਈ ਸੀ ਨਾ। ਮੈਂ ਉਹ ਤਾਂ ਬਿਲਕੁਲ ਗੱਲ 100 ਵੈਸੇ ਮੈਂ ਐਗਰੀ ਕਰਦਾ ਹਾਂ। ਹਾਂ। ਮੈਂ ਇਹ ਗੱਲ ਨੂੰ ਜਵਾਬ ਇਸ ਗੱਲ ਦਾ ਦੇ ਰਿਹਾ ਵੀ ਮੈਂ ਇਹਨਾਂ ਨੂੰ ਖਰਚਾ ਦੱਸਿਆ ਵਾ ਸੀ ਵੀ 2.5-3 ਆਪਰੇਸ਼ਨਾਂ ਦੇ ਵਿੱਚ ਆ ਜਾਂਦਾ ਹੈ। ਇਹ 6 ਮਹੀਨੇ ਮਰੀਜ਼ ਲੰਬਾ ਪੈ ਜਾਂਦਾ ਹੈ। ਇਹਦੀ ਕ੍ਰਸ਼ਟ ਹੈ ਲੱਤ, ਉਹਨੂੰ ਬਚਾਉਣ ਵਾਸਤੇ ਚੱਲ ਰਹੇ ਆ। ਉਹਦੇ 'ਚ ਜਿਹੜਾ ਆਪਰੇਸ਼ਨ ਬਚਾਉਣ ਵਾਲੇ ਪਾਸੇ ਨੂੰ ਜ਼ਰੂਰਤ ਹੋਊਗੀ ਉਹ ਕਰਾਂਗੇ। ਆ ਚੀਜ਼ ਮੈਂ ਇਹਨਾਂ ਨੂੰ ਸਮਝਾਈ ਸੀਗੀ। ਇਹ ਗੱਲ ਕੋਈ ਗਲਤ ਨਹੀਂ। ਮੈਂ ਸਾਡਾ ਪੰਚਾਇਤੀ ਮੈਟਰ ਸੀ ਡਾਕਟਰ ਸਾਹਿਬ, ਉਹ ਤਾਂ ਬਿਲਕੁਲ ਤੁਹਾਡਾ ਆਪਸੇ ਉਹ ਤਾਂ ਯਾਰ ਦਿਖਾਓ ਮੈਨੂੰ ਤੁਹਾਡਾ ਮੈਡੀਕਲ ਦਾ ਦਿਖਾਓ ਪਹਿਲਾਂ। ਦਿਖਾਵਾਂਗੇ ਥੋੜਾ ਲਾਇਸੈਂਸ ਦਿਖਾਓ। ਜਿਹੜਾ ਬੰਦਾ ਤੁਹਾਡਾ ਉੱਥੇ ਬੈਠ ਕੇ ਵੇਚਦਾ, ਉਹਦਾ ਕੋਈ ਮੈਨੂੰ ਫਾਰਮੇਸੀ ਕੀਤੀ ਹੈ, ਕੀ ਕੀਤਾ, ਫਾਰਮਾਸਿਸਟ ਹੈ ਵੀ ਨਹੀਂ ਹੈ। ਪਹਿਲੀ ਗੱਲ ਤਾਂ ਉਹ ਵੀ ਗੈਰ ਕਾਨੂੰਨੀ ਹੈ, ਜੇ ਫਾਰਮਾਸਿਸਟ ਵੇਚ ਹੀ ਨਹੀਂ ਸਕਦਾ। ਨਹੀਂ ਵੇਚ ਸਕਦਾ। ਬਿਲਕੁਲ 100 ਪੈਸੇ ਠੀਕ ਹੈ। ਉਹ ਵੀ ਮੈਨੂੰ ਦਿਖਾਓ ਕਿ ਕੀ ਹੈ ਤੁਹਾਡੇ ਕੋਲ। ਹਾਂ, ਉਹ ਸਾਰਾ ਕੁਝ ਹੀ ਉਹ ਮੁੰਡਾ ਗਿਆ ਵਾ, ਲਾਇਸੈਂਸ ਤੁਹਾਨੂੰ ਸਾਰਾ ਕੁਝ ਮਿਲੂਗਾ। ਲਾਇਸੈਂਸ ਦੀ ਵੀ ਉਹ ਹੈ, ਲਾਇਸੈਂਸ ਵੀ ਮੁੰਡੇ ਦਾ ਵੀ, ਬਾਕੀ ਚੀਜ਼ਾਂ ਵੀ ਸਾਰੀਆਂ ਚੀਜ਼ਾਂ ਮਿਲਣਗੀਆਂ। ਕਿਉਂ ਨਹੀਂ ਮਿਲਣਗੀਆਂ? ਜਿਹੜੀ ਚੀਜ਼ ਮੰਗਾਓ ਨਾ। ਉਹ ਫਿਰ ਉਹ ਮੁੰਡੇ ਦੀ ਦਾਦੀ ਦੀ ਡੈਥ ਹੋਈ ਹੈ। ਅੱਜ ਤੁਸੀਂ ਫੋਨ ਕਰ ਲਓ, ਮੈਂ ਨੰਬਰ ਦੇ ਦਿੰਦਾ। ਉਹ ਦਾਦੀ ਦੀ ਡੈਥ ਤੇ ਬੈਠਾ ਹੈ, ਸੰਸਕਾਰ ਹੋਈ ਜਾਂਦਾ। ਟਰੈਕਮਾ ਦੇ ਵਿੱਚ ਦਾਦੀ ਦੀ ਰਾਤ ਡੈਥ ਹੋਈ ਹੈ। ਹੁਣ ਜਿਹੜਾ ਅੱਜ ਬੈਠਾ ਵੇਚ ਰਿਹਾ, ਉਹਦੇ ਕੋਲ ਕੀ ਹੈ? ਕੌਣ? ਜਿਹੜਾ ਅੱਜ ਬੈਠਾ ਬਜ਼ਾਰ ਦਵਾਈਆਂ ਵੇਚ ਜਾਂਦਾ, ਉਹ ਓਨਰ ਹੋਣਗੇ ਦੁਕਾਨ ਤੇ। ਉਹ ਕਿਵੇਂ ਵੇਚ ਸਕਦਾ? ਓਨਰ ਬੈਠ ਸਕਦਾ ਹੈ, ਦਵਾਈ ਨਹੀਂ ਵੇਚ ਸਕਦਾ। ਨਹੀਂ ਦੇ ਸਕਦੇ। ਫਿਰ ਉਹ ਤਾਂ ਵੇਚ ਹੀ ਜਾਂਦਾ। ਦੇਖੋ ਜੀ, ਮਰੀਜ਼ ਹੈ, ਜਿਹੜਾ ਮਰੀਜ਼ ਬੈਠਾ ਹੈ ਉਹਨੂੰ
ਹੈਲੋ। ਕਹਿ ਸਕਦੇ ਆ ਜਾਂ ਤਾਂ ਵੀ ਬਾਹਰੋਂ ਤੋਂ ਲਿਆਓ। ਅੱਛਾ ਫਿਰ ਤੇਰੇ ਹਸਪਤਾਲ ਬੈਠੇ ਆ ਤੇ ਤੇਰੇ ਹਸਪਤਾਲ ਰੌਲਾ ਪਿਆ ਹੋਇਆ, ਤੇਰੀ ਇੱਕ ਤਾਂ ਡਿਗਰੀ ਹੈਗੀ ਜਿਹੜੀ ਡੀ ਫਾਰਮੇਸੀ ਵਾਲੀ, ਉਹ ਕਿੱਥੇ ਹੈ? ਤੇਰਾ ਲਾਇਸੈਂਸ ਕਿੱਥੇ ਹੈ? ਉਹ ਦੱਸ, ਦੋਨੇ ਚੀਜ਼ਾਂ ਕਿੱਥੇ ਪਈਆਂ ਨੇ? ਅਸੀਂ ਲੈਣੀਆਂ ਨੇ ਆ ਕੇ ਉਹ। ਵੀਰੇ ਮੈਂ ਮੰਨਦਾ ਤੇਰੀ ਦਾਦੀ ਦੀ ਡੈਥ ਹੋ ਗਈ, ਮੈਨੂੰ ਇਸ ਗੱਲ ਦਾ ਅਫਸੋਸ ਆ, ਪਰ ਮੈਂ ਇੱਥੇ ਇੱਕ ਗਰੀਬ ਪਰਿਵਾਰ ਨਾਲ ਖੜਾ, ਜਮੇ ਹੀ ਗਰੀਬ ਨਾਲ, ਜਿਹਨਾਂ ਕੋਲ ਪੱਲੇ ਇਹ ਨਹੀਂ ਤੇਲਾ ਵੀ, ਤੇ ਮਸਲਾ ਉਲਝਿਆ ਹੋਇਆ। ਤੂੰ ਮੈਨੂੰ ਇੰਨਾ ਦੱਸ ਦੇ ਵੀ ਤੇਰੀ ਡੀ ਫਾਰਮੇਸੀ ਦੀ ਡਿਗਰੀ ਕਿੱਥੇ ਹੈ ਤੇ ਲਾਇਸੈਂਸ ਤੇਰਾ ਕਿੱਥੇ ਹੈ? ਦੋਨੇ ਚੀਜ਼ਾਂ ਤੇਰੇ ਕੋਲੇ ਹੈ। ਕਿੱਥੋਂ ਕੀਤੀ ਡੀ ਫਾਰਮੇਸੀ ਤੂੰ? ਅੱਛਾ, ਲਾਇਸੈਂਸ? ਡਾਕਟਰ ਸਾਹਿਬ ਕੋਲ ਲਾਇਸੈਂਸ ਆ? ਠੀਕ ਹੈ, ਮੈਂ ਦੇਖਦਾ। ਲੈ ਜੂ ਕਹਿੰਦਾ ਡਾਕਟਰ ਸਾਹਿਬ ਕੋਲ ਲਾਇਸੈਂਸ ਹੈ। ਬੀ ਫਾਰਮੇਸੀ ਤੇ ਜਿਹੜਾ ਲਾਇਸੈਂਸ ਹੁੰਦਾ ਉਹ ਹਾਂ ਉੱਥੇ ਜਮਾ ਹੋਇਆ ਹੁੰਦਾ। ਹਾਂ ਕੁਆਲੀਫਾਈਡ ਮੈਂ ਉਹੀ ਜਾਣਨਾ ਚਾਹੁੰਦਾ ਨਾ। ਇੱਥੇ ਤੂੰ ਮੈਨੂੰ ਐ ਦੱਸ, ਤੂੰ ਕੁਆਲੀਫਾਈਡ ਹੈ, ਤੂੰ ਕੱਲ ਬਿੱਲ ਕੱਟਿਆ ਨਾ? ਤੈਨੂੰ ਇਹ ਪਤਾ ਵੀ ਕਾਨੂੰਨ ਦੇ ਹਿਸਾਬ ਨਾਲ ਤੂੰ ਬ੍ਰਾਂਡ ਨਹੀਂ ਲਿਖ ਸਕਦਾ ਤੇ ਤੂੰ ਸਾਲਟ ਲਿਖ ਸਕਦਾ, ਤੂੰ ਸਾਰੇ ਬਿੱਲਾਂ ਦੇ ਬ੍ਰਾਂਡ ਲਿਖੀ ਬੈਠਾ ਹੈ। ਮੈਨੂੰ ਗੱਲ ਦਾ ਜਵਾਬ ਦੇ ਜਿਹੜੀ ਮੈਂ ਪੁੱਛਦਾ ਵੀ ਤੈਨੂੰ ਇਹ ਪਤਾ ਹੈ ਗਵਰਨਮੈਂਟ ਨੇ 1.5 ਸਾਲ ਪਹਿਲਾਂ ਇਹ ਕਾਨੂੰਨ ਬਣਾਇਆ ਵੀ ਤੁਸੀਂ ਸਾਲਟ ਲਿਖੋ, ਬ੍ਰਾਂਡ ਨਹੀਂ ਲਿਖ ਸਕਦੇ। ਤੂੰ ਤੇਰੇ ਸਾਰੇ ਬਿੱਲਾਂ ਦੇ ਬ੍ਰਾਂਡ ਇੱਕ ਵੀ ਸਾਲਟ ਨਹੀਂ ਲਿਖਿਆ, ਤੈਨੂੰ ਇਹ ਦੱਸਿਆ ਵੀ ਤੂੰ ਆਹ ਕਰ, ਉਹ ਦੱਸ ਨਾ। ਨਹੀਂ ਤੂੰ ਬਿੱਲ ਬ੍ਰਾਂਡ ਦਾ ਕਿਵੇਂ ਕੱਢ ਸਕਦਾ? ਤੈਨੂੰ ਕਿਹਨੇ ਅਧਿਕਾਰ ਦਿੱਤਾ? ਯਾਰ ਤੂੰ ਹੋਲਸੇਲ ਦੇ ਗੋਲੀ ਮਾਰ, ਤੂੰ ਕਾਨੂੰਨ ਨੂੰ ਸਮਝਦਾ ਹੀ ਕੁਛ ਨਹੀਂ। ਇਹਦਾ ਮਤਲਬ ਗਵਰਨਮੈਂਟ ਦਾ ਕੋਈ ਕਾਨੂੰਨ ਨਹੀਂ ਤੇਰੇ ਤੇ ਲਾਗੂ ਹੁੰਦਾ। ਨਹੀਂ ਤੂੰ ਤੇਰੇ ਕੋਲੇ ਅਧਿਕਾਰ ਫਿਰ ਕਿਹਨੇ ਦਿੱਤਾ? ਤੂੰ ਕਾਨੂੰਨ ਜਾਣਦਾ, ਪੜਿਆ ਮਾੜਾ ਮੋਟਾ? ਮੈਂ ਤੇਰਾ ਸਾਰਾ ਕਾਨੂੰਨ ਸਰਕਾਰੀ ਹਸਪਤਾਲ ਚੋਂ ਜਾ ਕੇ ਪਤਾ ਕਰਕੇ ਆਇਆ, ਫਿਰ ਮੈਂ ਤੁਹਾਡੇ ਨਾਲ ਇਹ ਗੱਲਬਾਤ ਕਰ ਬੈਠਾ। ਮੈਂ ਕੱਚੇ ਪੈਰੀ ਨਹੀਂ ਆਇਆ। ਹਾਂ ਤੇਰੀ ਆ ਦਵਾਈ ਸਾਰੀ ਪਤਾ ਕਰਕੇ ਆਇਆ ਮੈਂ, ਬਾਹਰਲੇ ਹਸਪਤਾਲ ਜਾ ਕੇ 10 ਦੁਕਾਨਾਂ ਤੋਂ ਘੱਟੋ ਘੱਟ ਇੱਕ ਨੂੰ 10 ਤੋਂ ਉਹ ਕਹਿੰਦੇ ਬਈ 15 ਤੋਂ 18,000 ਵੱਧ ਲੱਗੀ ਹੋਈ ਆ। ਤੇਰੀ ਇੱਕ ਸ਼ੀਸ਼ੀ ਪਈ ਆ ਮੇਰੇ ਕੋਲੇ, ਅੱਜ ਇਹਦਾ ਸ਼ੂਗਰ ਚੈੱਕ ਕਰਦੇ ਆ, ਬਾਹਰੋਂ 550 ਦੀ ਮਿਲਦੀ ਹੈ, ਜਿਹੜੀ ਮਰਜ਼ੀ ਬਠਿੰਡੇ ਦੁਕਾਨ ਤੋਂ ਲੈ ਲੈ, ਤੂੰ 800 ਦੀ ਠੋਕੀ ਬੈਠਾ ਹੈ। ਓ ਯਾਰ ਤੂੰ ਢੂਆ ਮਾਰਿਆ ਐਮਆਰਪੀ ਦਾ। ਮੈਂ ਗੱਲ ਜਿਹੜੀ ਕਰਦਾ ਤੂੰ ਮੇਰੇ ਨਾਲ ਉਹ ਗੱਲ ਕਰ ਆ ਵੀ ਤੂੰ ਡਾਕਟਰ ਸਾਹਿਬ ਲਾਇਸੈਂਸ ਕਿੱਥੇ ਇੱਕ ਤਾਂ ਦੱਸੋ। ਦਿਓ ਫਿਰ, ਕੋਈ ਗੱਲ ਨਹੀਂ, ਮਿਲੂਗਾ ਫਿਰ। ਨਹੀਂ ਦਿਓ ਫਿਰ, ਆਏ ਨਹੀਂ ਮਿਲੂਗਾ ਜੀ, ਮੈਂ ਤੁਹਾਨੂੰ ਹਾਂ ਮੰਗਾਓ ਫਿਰ। ਕਿੱਥੇ ਪਿਆ ਮੰਗਾਓ? ਹਜੇ ਨਹੀਂ ਦਵਾਈਆਂ ਦੀ ਦੁਕਾਨ ਤੇ ਉਹ ਗਿਆ ਵਾ, ਮੁੰਡੇ ਦੀ ਡੈਥ ਹੈ। ਦੇਖੋ ਕਲੇਸ਼ ਵਧਾਉਣਾ ਤੁਹਾਡੀ ਮਰਜ਼ੀ ਹੈ। ਨਹੀਂ ਲੱਖਾਂ ਜੀ, ਨਹੀਂ ਕੇਸ ਵਧਾਉਣ ਵਾਲਾ ਨਹੀਂ ਹੈ। ਤੁਹਾਨੂੰ ਲਾਇਸੈਂਸ ਮਿਲੂਗਾ, ਲਾਇਸੈਂਸ ਬਿਲਕੁਲ ਦਿਓ। 100 ਪੈਸੇ ਮਿਲੂਗਾ ਨਾ ਕਿਤੇ ਨਹੀਂ ਜਾਂਦਾ। ਮੰਗਾਓ ਫਿਰ। ਉਹ ਮੁੰਡਾ ਕਹਿ ਰਿਹਾ ਲਾਇਸੈਂਸ ਡਾਕਟਰ ਕੋਲੇ ਹੈ। ਹੈਲੋ, ਆਇਓ ਮਾੜਾ ਜਿਹਾ। ਹੈਲੋ, ਆ ਜਾਓ ਮਾੜਾ ਜਿਹਾ। ਹੈਲੋ ਹਸਪਤਾਲ। ਹਾਂ ਹੈਲੋ। ਹਾਂ ਇੱਥੇ ਆੜੀ ਕਿੱਥੇ ਆ ਤੂੰ? ਆਇਆ ਤੇਰੇ ਹਸਪਤਾਲ ਬੈਠੇ ਆ। ਆ ਜਾਓ, ਆ ਜਾ। ਤੈਨੂੰ ਮੈਂ ਬੰਦਾ ਭੇਜਦਾ ਡਿਗਰੀ ਲੈਣ। ਤੇਰੀ ਤੇਰਾ ਪਿੰਡ ਕਿਹੜਾ? ਬੁਲਾੜ ਮਹਿਮਾ, ਗੱਡੀ ਲੈ ਕੇ ਜਾਓ, ਨੰਬਰ ਲਿਓ, ਇਹਦੀ ਡਿਗਰੀ ਫੜ ਕੇ ਲਿਆਓ। ਕਿੱਥੇ ਬੁਲਾੜ ਮਹਿਮਾ ਨਾਲ ਹੀ ਹੈ। ਜਾਓ, ਆ ਗਏ ਤੇਰੇ ਕੋਲ 10 ਮਿੰਟਾਂ 'ਚ ਹੀ ਆ ਗਏ ਬੰਦੇ ਮੇਰੇ। ਆ ਜਾ ਫਿਰ। ਦੇਖੋ ਕਲੇਸ਼ ਵਧਾਓਗੇ, ਅਸੀਂ ਹਸਪਤਾਲ ਨੂੰ ਬੰਦ ਕਰਾਂਗੇ। ਸਾਫ਼ ਗੱਲ ਇਹ ਹੈ। ਟਿੱਬਾਂ ਨੂੰ ਸਮਝਾਇਆ ਨਾ, ਐਕਸ-ਰੇ ਹੈਗਾ। ਜਿਹੜੀਆਂ ਗੱਲਾਂ ਸਾਨੂੰ ਜਵਾਬ ਦਿਓ। ਜੇ ਹਸਪਤਾਲ ਬੰਦ ਕਰਾਉਣਾ ਤੁਹਾਡੀ ਮਰਜ਼ੀ ਹੈ, ਅਸੀਂ ਸੱਟਦੇ ਜਾਂਦਾ ਬਾਦਾਂ। ਉਹ ਤਾਂ ਤੁਹਾਡੀ ਨਹੀਂ ਤੁਹਾਡੀ ਸਾਡੀ ਨਹੀਂ ਹੈਗੀ। ਉਹਦਾ ਜੋ ਮਰਜ਼ੀ ਕਰਨਾ ਹੈ। ਨਹੀਂ ਪਰ ਜਿਹੜੀ ਗੱਲ ਹੁਣ ਤੁਸੀਂ ਲਾਇਸੈਂਸ ਕਹਿੰਦੇ, ਲਾਇਸੈਂਸ ਉੱਥੇ ਪਿਆ, ਕਿੱਥੇ ਪਿਆ ਲਾਇਸੈਂਸ? ਮੈਨੂੰ ਦੋ ਗੱਲਾਂ ਇਸ ਚੀਜ਼ ਦੇ ਨਾਲ ਕੀ ਕੱਢਣਾ ਕੀ ਚਾਹੁੰਦੇ ਆ? ਅਸੀਂ ਕੱਢਣਾ ਚਾਹੁੰਦੇ ਆ ਲੋਕ ਜਾਗਣ। ਜਿਹੜੀ ਲੁੱਟ ਕਰ ਰਹੇ ਡਾਕਟਰ, ਤੁਸੀਂ ਡਾਕੂ ਬਣੇ ਬੈਠੇ, ਲੁਟੇਰੇ ਬਣੇ ਬੈਠੇ, ਉਹ ਜਾਗਣ ਲੋਕ। ਮੈਂ ਬੋਲ, ਤੁਸੀਂ ਮੈਨੂੰ ਤੁਸੀਂ ਜਵਾਬ ਦੇ ਸਕਦੇ ਇਸ ਗੱਲ ਦਾ?
ਤੂੰ ਇਹ ਕੰਪਨੀ ਦੇ ਵਿੱਚੋਂ ਲੈ ਆ, ਤੈਨੂੰ 400 ਰੁਪਏ ਦੀ ਮੈਂ ਕਹਿੰਦਾ ਮੈਨੂੰ 200 ਤੁਸੀਂ 800 ਦੀ ਕਿਉਂ ਦਿੱਤੀ? MRP ਹੈ। ਉਹਨਾਂ ਕੋਲ MRP ਨਹੀਂ, ਕਿੰਨਾ ਕੋਲੇ? ਜਿਨ੍ਹਾਂ ਨੇ ਦਿੱਤੀ ਹੈ ਸੇਮ MRP ਹੈ। ਕੌਣ ਕਿੰਨਾ ਡਿਸਕਾਊਂਟ ਕਰ ਸਕਦਾ? ਲੈ ਕਮਾਲ ਹੋ ਗਈ, ਮੁੜ ਕੇ ਤੁਸੀਂ ਡਿਸਕਾਊਂਟ ਤੇ ਆ ਜਾਂਦੇ ਹੋ। ਹੋਰ ਕੀ ਗੱਲ ਹੈ ਇਹਦੇ ਵਿੱਚ? ਜਦੋਂ ਰੌਲਾ ਪੈ ਗਿਆ ਉਹ ਡਿਸਕਾਊਂਟ ਤੇ ਆ ਗਏ, ਉਦੋਂ ਪਹਿਲਾਂ ਡਿਸਕਾਊਂਟ ਕਰਤਾ। ਮੈਂ ਤਾਂ ਕੀਤਾ ਨਹੀਂ, ਮੈਂ ਤਾਂ 99 ਰੁਪਏ 100 ਰੁਪਏ ਡਿਸਕਾਊਂਟ ਕੀਤਾ। ਨਹੀਂ ਹੁਣ ਤੁਸੀਂ ਜਿਹੜੀ ਗੱਲ ਕਹਿੰਦੇ ਵੀ ਡਿਸਕਾਊਂਟ ਕਰ ਦਿੰਦੇ ਆ, ਜਦੋਂ ਰੌਲਾ ਪੈਂਦਾ ਉਦੋਂ ਅਸੀਂ ਘਟਾ ਦਿੰਦੇ ਆ, ਉਦੋਂ ਪਹਿਲਾਂ ਉਹਨੂੰ ਠੋਕ ਦਿੰਦੇ ਹੋ। ਮੈਂ 899 ਦਾ MRP ਤੋਂ 800 ਰੁਪਏ ਚਾਰਜ ਕਰਵਾਏ ਹੈ, 100 ਰੁਪਏ ਡਿਸਕਾਊਂਟ ਹੋਇਆ ਉਹਨੂੰ। ਤੁਸੀਂ ਹੁਣ ਸਾਨੂੰ ਗੱਲ ਰਾਹ ਪਾਓ ਵੀ ਕੀ ਕਰਦੇ ਹੋ ਅਸੀਂ, ਤੂੰ ਦੱਸੋ। ਲਾਇਸੈਂਸ ਮੰਗਾਓ, ਉਹਦੀ ਡਿਗਰੀ ਮੰਗਾਓ, ਤੇ ਆ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਚਾਹੀਦਾ ਵੀ ਇਹ ਤੁਸੀਂ ਲਿਖ ਸਕਦੇ ਹੋ, ਨਹੀਂ ਲਿਖ ਸਕਦੇ, ਲਿਖਿਆ ਤਾਂ ਕਿਉਂ ਲਿਖਿਆ? ਆ ਤੁਸੀਂ ਇੰਨਾ, ਮੈਂ ਦੁਬਾਰੇ ਤੁਸੀਂ ਮੇਰੇ ਨਾਲ ਚੱਲੋ, ਆਪਾਂ ਮੈਡੀਕਲ ਤੇ ਚੱਲਦੇ, ਜਿਹੜੀ ਮਰਜ਼ੀ ਬਠਿੰਡੇ ਚੱਲਦੇ ਆ, ਤੁਹਾਨੂੰ ਖੁਦ ਪਤਾ ਲੱਗੂ ਵੀ 15 ਤੋਂ 18000 ਦੇ ਵਿੱਚ ਦਵਾਈ ਵੱਧ ਲੱਗੀ ਹੋਈ ਹੈ। ਚਲੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਜਿਹੜੀ ਵੀ ਚੀਜ਼ ਕਰਨ ਵਾਲੀ ਹੈਗੀ ਆ, ਹਾਂ। ਤੁਸੀਂ ਆਹੀ ਚੀਜ਼ਾਂ, ਜਿਹੜੀਆਂ ਵੀ ਚੀਜ਼ਾਂ ਲਿਖੀਆਂ ਗਈਆਂ ਜਾਂ ਜਿਹੜੀ ਵੀ ਚੀਜ਼ ਹੈਗੀ ਹੈ, ਉਸ ਚੀਜ਼ ਨੂੰ ਇੱਕ ਬੰਦੇ ਦੇ ਥਰੂ ਮੰਗਵਾ ਲਓ। ਚੀਜ਼ਾਂ ਦੇ ਵਿੱਚ ਰੇਟ ਦਾ ਪਤਾ ਲੱਗ ਜੂ ਕਿ ਕਿੰਨਾ ਫਰਕ ਹੈ। ਜੇ ਹੋਲਸੇਲ ਤੋਂ ਜਾਓਗੇ ਘੱਟ ਮਿਲੂਗੀ, ਇਹ ਹਮੇਸ਼ਾ ਹੀ ਰਹੂਗਾ। ਡਿਸਟ੍ਰੀਬਿਊਟਰ ਕੋਲੇ ਜਾਓਗੇ ਉਦੋਂ ਘੱਟ ਦੀ ਮਿਲੂਗੀ। ਜੇ ਰਿਟੇਲ ਤੋਂ ਲਾਓਗੇ, ਹੁਣ ਤੁਸੀਂ ਲਾਇਸੈਂਸ ਨੂੰ ਕਿਹਨੂੰ ਕਿਹਾ ਜੀ ਮੰਗਾਉਣ? ਕਿਹਾ ਕਿਸੇ ਨੂੰ ਮੰਗਾਉਣ? ਕਾਹਦਾ ਲਾਇਸੈਂਸ? ਉਹਦਾ ਥੋੜਾ ਦੁਕਾਨ ਦਾ ਲਾਇਸੈਂਸ ਮਿਲ ਜੂਗਾ ਜੀ, ਉਹ ਘਰ ਹੋਊਗਾ ਮੋਸਟ ਪ੍ਰੋਬਬਲੀ। ਮੈਨੂੰ ਲੱਭਣਾ ਪੈਣਾ, ਮੈਂ ਲੱਭ ਕੇ ਤੁਹਾਨੂੰ ਦੇ ਦੂੰਗਾ, ਮਿਲ ਜਾਏਗਾ ਤੁਹਾਨੂੰ। ਕਿੰਨਾ ਟਾਈਮ ਦੇਈਏ ਤੁਹਾਨੂੰ? 10 ਮਿੰਟ, 20 ਮਿੰਟ, 30 ਮਿੰਟ ਚ ਮੰਗਾ ਲਓਗੇ? ਐਡਾ ਕੋਈ ਕਾਹਲੀ ਵਾਲਾ ਕੰਮ ਹੈ ਵੀ ਲਾਇਸੈਂਸ ਦੇ ਵਿੱਚ ਜਾਂ ਲਾਇਸੈਂਸ ਦੇ ਕਰਕੇ? ਨਹੀਂ ਅਸੀਂ ਇੱਥੇ ਬੈਠੇ ਰਹਾਂਗੇ ਸਾਰਾ ਦਿਨ। ਮੈਂ ਵੀ ਬੈਠਾ, ਹੋਲੀ ਦਾ ਤਿਉਹਾਰ ਸੀਗਾ, ਮੈਂ ਤਾਂ ਬੈਠਾ ਇੱਥੇ। ਨਹੀਂ, ਹੋਲੀ ਜਾਣਾ ਸੀ, ਮੈਂ ਵੀ ਦੇਖੀ। ਛੋਟੀ ਤਾਂ ਹੋਲੀ ਬਣ ਜਾਂਦੀ ਹੈ। ਹੋਲੀ ਕਾਹਦੀ? ਇਹਨਾਂ ਗਰੀਬਾਂ ਦੀ ਹੋਲੀ ਗਈ। ਇਹ ਕਾਹਦੀ ਗਈ? ਹਾਂ, ਇਹਨਾਂ ਆਪੇ ਆਪਾਂ ਕੀ ਗਈ। ਕਰਤਾ? ਨਹੀਂ ਆਪੇ ਗਈ। ਮੈਂ ਤਾਂ ਲੱਤ ਬਚਾਤੀ, ਗੁਨਾਹ ਨਹੀਂ ਕਰਤਾ। ਲੱਤ ਦੇਖੋ, ਉਹ ਤੁਹਾਡਾ ਪੇਸ਼ਾ ਹੈ, ਉਹਦੇ ਤੁਸੀਂ ਪੈਸੇ ਲੈਂਦੇ ਹੋ, ਇਹ ਨਹੀਂ ਵੀ ਤੁਸੀਂ ਫ੍ਰੀ ਕਰਦੇ ਹੋ। ਲਓ, ਵਾਜਬ ਲਓ ਤੁਸੀਂ। ਮੈਂ ਕਹਿੰਦਾ ਜਿਹੜਾ ਸਾਡਾ ਕਮਿਸ਼ਨ ਆ 10% 20% ਲਓ। ਮੈਂ ਕਹਿੰਦਾ ਜਿਹੜੀ ਵੀ ਵਾਜਬ ਚੀਜ਼ ਹੈਗੀ ਆ ਲੱਖਾ ਜੀ, ਤੁਸੀਂ ਐਂ ਕਰੋ, ਅੱਜ ਤੋਂ ਬਾਅਦ ਆਪਾਂ ਕਹਿੰਦੇ ਡਿਸਾਈਡ ਹੀ ਕਰ ਦਈਏ। ਤੁਸੀਂ ਲਿਸਟ ਬਣਾ ਦਿਓ, ਆਪਾਂ ਇੰਨੇ ਚਾਰजेस ਲੈਣੇ, ਆਪਾਂ ਉਨੇ ਹੀ ਲਵਾਂਗੇ। ਤੁਸੀਂ ਵਾਜਬ ਡਿਸਾਈਡ ਕਰ ਦਿਓ। ਮੈਂ ਵਾਜਬ ਕੌਣ ਆ ਡਿਸਾਈਡ ਕਰਨ ਵਾਲਾ? ਫਿਰ ਮੈਂ ਹੋਰ ਤਾਂ ਕੌਣ ਹੈ? ਇੱਥੇ ਹੈਲਥ ਮਿਨਿਸਟਰ ਬੈਠਾ ਹੈ, ਇੱਥੇ ਸਰਕਾਰਾਂ ਬੈਠੀਆਂ ਨੇ, ਇੱਥੇ ਤੁਹਾਡੀ ਜਿਹੜੀ ਕਮੇਟੀ ਬਣੀਆਂ ਹੋਈਆਂ ਨੇ ਡਾਕਟਰਾਂ ਦੀਆਂ। ਆਪਾਂ ਕਹਿੰਦੇ ਆ ਤੁਸੀਂ ਕਮੇਟੀ ਦੇ ਵਿੱਚ ਸੋਚ ਲਓ ਨਾ। ਨਹੀਂ ਆਪਾਂ ਕਹਿੰਦੇ ਡਾਕਟਰਾਂ ਦੀ ਕਮੇਟੀ ਬਿਠਾਉਣੇ ਆ, ਤੁਸੀਂ ਕਮੇਟੀ ਦੇ ਵਿੱਚ ਮੈਂ ਤਾਂ ਸਿਰਫ ਇੰਨਾ ਕਰ ਸਕਦਾ। ਮੈਂ ਤਾਂ ਡਾਂਗ ਖਿੱਚਣ ਵਾਲਾ ਤੇ ਉਹ ਮੈਂ ਜਿੰਨੇ ਖਿੱਚੂਗਾ ਨਹੀਂ ਖਿੱਚ ਸਕਦਾ। ਮੈਂ ਇਕੱਲਾ ਕਿੱਥੇ ਲੜੂੰਗਾ? ਨਹੀਂ ਆਪਾਂ ਲੜਨ ਵਾਲੀ ਗੱਲ ਨਹੀਂ ਕਹਿੰਦੇ। ਆਪਾਂ ਤਾਂ ਇਹ ਗੱਲ ਕਹਿੰਦੇ ਆ ਕਿ ਆਪਾਂ ਉਸ ਚੀਜ਼ ਦੇ ਵਿੱਚ ਆਪਾਂ ਡਿਸਾਈਡ ਕਰ ਦਿੰਦੇ ਆ। ਤੁਸੀਂ ਡਿਸਾਈਡ ਕਰ ਲਿਓ ਕਿ ਆਹ ਵਾਲੀ ਚੀਜ਼ ਹੈ ਜੀ, ਇਹਦਾ ਇੰਨਾ ਆਪਰੇਸ਼ਨ ਕਰ ਲਈਏ, ਇਹਦਾ ਇੰਨੇ ਚਾਰजेस ਰੱਖਣੇ ਆ ਜੀ, ਮਰੀਜ਼ ਮਰ ਜੇ ਕਰ ਜੇ ਇੰਨੇ ਪੈਸੇ ਲੈਣੇ, ਆਪਾਂ ਡਿਸਾਈਡ ਕਰ ਆਪਾਂ ਮਾੜਾ ਜਿਹਾ ਮੈਨੂੰ ਚਰਨਾ ਪਵਾ ਦਿਓ। ਇਹ ਅਸ਼ੋਕ ਜੀ ਹੈ ਜੀ। ਮੈਂ ਪਹਿਲਾਂ ਜਿੱਥੇ ਜੋਲ ਹਸਪਤਾਲ ਕੰਮ ਕਰਦਾ ਸੀਗਾ, ਉੱਥੇ ਕੈਮਿਸਟ ਐਸੋਸੀਏਸ਼ਨ ਹੈ ਜਿਹੜੀ ਪ੍ਰਧਾਨ ਹੈ, ਜਿਹੜੀ ਐਸੋਸੀਏਸ਼ਨ ਆਪਣੀ, ਹਾਂਜੀ, ਉਹਦੇ ਰਿਗਾਰਡਿੰਗ ਹੀ ਬੁਲਾਇਆ ਵੀ ਤੁਹਾਡੀ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਹੁਣ ਅਸ਼ੋਕ ਜੀ ਆਹ ਵਾਲੀਆਂ ਚੀਜ਼ਾਂ ਕਹਿ ਰਹੇ ਆ। ਕਹਿੰਦੇ ਜੀ ਇੱਥੇ ਡੋਲੋ ਟੈਬਲੇਟ ਦੀ ਥਾਂ ਤੇ ਤੁਸੀਂ ਪੈਰਾਸੀਟਾਮੋਲ ਦਾ ਬਿੱਲ ਕਿਉਂ ਨਹੀਂ ਦਿੱਤਾ? ਅੱਛਾ ਮੈਂ ਕਿਹਾ ਜੀ ਡੋਲੋ ਹੈ ਜਿਹੜੀ ਹੁਣ ਪੈਰਾਸੀਟਾਮੋਲ ਦੇ ਜੇ 4 ਬ੍ਰਾਂਡ ਇਹ ਤੁਸੀਂ ਦੱਸੋ ਜੀ ਕਾਨੂੰਨ ਕੀ ਕਹਿੰਦਾ? ਕਿਹਦਾ? ਸਾਲਟ ਲਿਖਣ ਨੂੰ ਕਹਿੰਦਾ ਕਿ ਬ੍ਰਾਂਡ ਲਿਖਣ ਨੂੰ ਕਹਿੰਦਾ? ਨਹੀਂ ਸਰ, ਪਤਾ ਕੀ ਹੈ, ਪੈਰਾਸੀਟਾਮੋਲ ਡੋਲੋ ਦਾ ਹੁੰਦਾ ਤਾਂ ਪੈਰਾਸੀਟਾਮੋਲ ਹੀ ਹੈ, ਬਟ ਕੋਈ ਉਹਦੇ ਚ ਮਾੜਾ ਮੋਟਾ 2-4 ਰੁਪਏ ਦਾ ਵੇਰੀਏਸ਼ਨ ਹੁੰਦਾ ਉਹ ਰੇਟ। ਫਿਰ ਕਿਉਂ? ਫਿਰ ਉਹੀ ਕਮਾਉਣ ਦੇ ਬਾਰੇ ਲਿਖਦੇ ਹੋ? ਨਹੀਂ ਉਹ ਨਹੀਂ, ਕਈ ਵਾਰੀ ਨਾ ਉਹਦਾ ਬਿੱਲ ਦਾ ਹੁੰਦਾ ਚੜੀ ਹੁੰਦੀ ਹੈ ਕੰਪਿਊਟਰ ਤੇ, ਉਹਦੇ ਨਾਲ ਸਰਾਂ ਸਾਹਿਬ ਤੋਂ ਬੜੀ ਵੱਡੀ ਗੱਲ ਨਹੀਂ। ਬਹੁਤ ਵੱਡੀ ਗੱਲ ਹੈ, ਜੇ ਵੱਡਾ ਐਂਟੀਬਾਇਓਟਿਕ ਬਹੁਤ ਵੱਡੀ ਗੱਲ ਹੈ। ਆ 50000 ਦੀ ਦਵਾਈ 'ਚ 15000 ਦਾ ਫਰਕ ਹੈ, ਦੱਸੋ ਮਾਰੇਗਾ ਬੰਦਾ ਤਾਂ? ਆ ਸ਼ੀਸ਼ੀਆ ਭੋਰਾ ਗਾ, ਇੱਥੋਂ 800 ਦੀ ਮਿਲੀ ਹੈ, ਬਾਹਰੋਂ 550 ਦੀ ਹੈ, ਦੱਸੋ ਕਿੱਧਰ ਨੂੰ ਜਾਊ ਬੰਦਾ? ਇਹ ਹੋਲਸੇਲ ਤੋਂ ਜਿਨ੍ਹਾਂ ਤੋਂ 550 ਹੋਲਸੇਲ ਨਹੀਂ ਜੀ, ਹੋਲਸੇਲ ਵਾਲੀ ਚੀਜ਼ ਦੀ ਹੋਲਸੇਲ ਨਹੀਂ ਨਾ ਹੋਲਸੇਲ ਨਹੀਂ। ਮੈਂ 10 ਦੁਕਾਨਾਂ ਦਾ ਪਤਾ ਕਰਕੇ ਬਠਿੰਡੇ ਦੀਆਂ 10 ਦੁਕਾਨਾਂ ਜਿਹੜੀਆਂ ਮੇਨ ਵੇਚ ਹੋਲਸੇਲ ਨਹੀਂ ਮੈਂ ਗਿਆ। ਮੈਂ ਨਾ ਮਤਲਬ ਤੁਹਾਨੂੰ ਇਹਦਾ ਜਿਹੜਾ ਤੁਸੀਂ 550 ਕਹਿੰਦੇ ਆ, ਤੁਸੀਂ ਫਾਰਮੇਸੀ ਦੇ ਵਿੱਚ ਜਿਹੜੀ ਵੀ ਚੀਜ਼ ਦੀ ਬਿਲਿੰਗ ਹੁੰਦੀ ਹੈ ਮੈਂ ਉਹ ਵੀ ਚੈੱਕ ਕਰਵਾ ਦੂੰਗਾ ਕਿ ਇੰਨੇ ਦੀ ਬਿਲਿੰਗ ਹੀ ਹੋ ਕੇ ਸਾਨੂੰ ਆਉਂਦੀ ਹੈ। ਕੋਈ ਵੀ ਚੀਜ਼ ਦੇਖੋ ਨਹੀਂ, ਤੁਸੀਂ ਇੱਕ ਤਾਂ ਮੈਂ ਤੁਹਾਨੂੰ ਮੈਂ ਇੱਥੇ ਹੀ ਤੁਹਾਡੇ ਕੋਲ ਅੱਧਾ ਘੰਟਾ ਹੈ, ਇਹਦਾ ਲਾਇਸੈਂਸ ਮੰਗਾ ਲਓ। ਠੀਕ ਹੈ, ਇੱਕ ਉਹਦੀ ਮੰਗਾਓ ਮੁੰਡੇ ਦੀ ਡਿਗਰੀ ਡੀ ਫਾਰਮੇਸੀ। ਠੀਕ ਹੈ ਜੀ, ਠੀਕ ਹੈ। ਇੱਕ ਸਾਨੂੰ ਆਹ ਗੱਲਾਂ ਸਾਫ਼ ਕਰ ਦਿਓ। ਨਹੀਂ ਹਾਂ ਠੀਕ ਹੈ ਨਾ, ਨਹੀਂ ਪਰ ਮੁੜ ਕੇ ਮੈਂ ਆਪਣੀ ਕਲੇਸ ਵਾਲੀ ਗੱਲ ਬਣਨੀ, ਉਸ ਗੱਲ ਦਾ ਕੋਈ ਅਸਰ ਤਾਂ ਨਹੀਂ ਹੈਗਾ। ਅਸੀਂ ਵੀ ਚਾਹੁੰਦੇ ਤੁਹਾਡੇ ਹਸਪਤਾਲ ਦੀ ਬਦਨਾਮੀ ਹੋਵੇ, ਤੁਹਾਡੀ ਬਦਨਾਮੀ ਹੋਵੇ, ਇਹ 'ਚ ਕੋਈ ਸ਼ੱਕ ਨਹੀਂ। ਡਾਕਟਰ ਮਾਹਰ ਹੋ, ਚੰਗੇ ਡਾਕਟਰ ਹੋ, ਚੰਗਾ ਇਲਾਜ ਕਰ ਦਿਓ, ਪਰ ਲੋਕਾਂ ਦਾ ਗਲਾ ਨਾ ਕੱਟੋ। ਮੇਰਾ ਸਿਰਫ ਇੰਨੀ ਗੱਲ ਹੈ। ਲੱਖਾਂ ਜੀ 2 ਗੱਲਾਂ ਜਿਹੜੀਆਂ ਨਹੀਂ ਕੋਈ ਗੱਲ ਚ ਹੈਗਾ ਫਰਕ, ਆਪਾਂ ਦੇਖ ਲੈਂਦੇ। ਨਹੀਂ ਫਰਕ ਬਹੁਤ ਆ, ਫਰਕ ਜ਼ਿਆਦਾ ਹੈ ਨਾ। ਤੁਸੀਂ ਬੈਠ ਕੇ ਆਪਾਂ ਸੁਣਾ ਆਪਾਂ ਕਰ ਲੈਂਦੇ। ਮੈਂ ਦੱਸਦੀ
ਹਾਂ ਨਹੀਂ ਨਹੀਂ ਦੱਸ ਦੀ ਗੱਲ ਲੱਖਾ ਜੀ ਮੈਂ ਸੋ ਨਹੀਂ ਬਾਹਰ ਨਾ ਲੰਮੀਆਂ ਜੋੜੀਆਂ ਛੱਡੋ ਆਪਾਂ ਮੋਟੀ ਜੀ ਤੁਸੀਂ 2 ਮਿੰਟ ਮੈਂ ਤੁਸੀਂ ਸਿੱਧੇ ਦੱਸੋ। ਓਏ ਕਰ ਯਾਰ ਸਿੱਧੇ ਸ਼ਬਦਾਂ 'ਚ ਮੈਂ ਤੁਹਾਨੂੰ ਸਮਝਾ ਦਿੰਦਾ ਇਹਦੀ 899 ਰੁਪਏ MRP ਆ ਸ਼ੂਗਰ ਚੈੱਕ ਕਰਨ ਵਾਲੀ ਹੈਗੀ ਸ਼ੀਸ਼ੀ ਦੀ ਅੱਛਾ। ਇਹ 'ਚ 50 ਪੀਸ ਹੁੰਦੇ ਆ ਅੱਛਾ ਇਹਨਾਂ ਨੇ ਲਾਤੀ 850 ਠੀਕ ਹੈ 800 800 ਅਸੀਂ ਬਾਹਰ ਗਏ ਮੈਂ 10 ਦੁਕਾਨਾਂ ਕੋਲ ਗਿਆ ਮੈਂ ਕਿਹਾ ਸ਼ੀਸ਼ੀ ਦੇ ਨਾਲ ਦੀ 550 550 550 550 ਤੋਂ ਬਾਅਦ ਇਹ ਸ਼ੀਸ਼ੀ ਨਹੀਂ ਹੈਗੀ ਠੀਕ ਹੈ ਨਾ ਉਦੋਂ ਬਾਅਦ ਸਾਨੂੰ ਸ਼ੱਕ ਪੈ ਗਿਆ ਮੈਂ ਕਿਹਾ ਦਵਾਈ ਸਾਰੀ ਮਹਿੰਗੀ ਲੱਗੀ ਹੋਈ ਹੈ ਅਸੀਂ ਦੁਕਾਨਾਂ ਦੇ ਗਏ ਬਿੱਲ ਚੈੱਕ ਕਰਾਏ ਇਹ ਚੋਂ 15000 ਰੁਪਏ ਦਾ ਫਰਕ ਨਿਕਲਦਾ ਇਸ ਦਵਾਈ 'ਚ ਦੂਜੀ ਗੱਲ ਤੀਜੀ ਗੱਲ ਮੈਂ ਸਰਕਾਰ ਇੱਕ ਮਿੰਟ ਹਾਂ ਬਿੱਲ ਤਾਂ ਦੇ ਦਿਓ ਮੈਂ ਸਰ, ਬੋਲਦਾ ਇੱਕ ਮਿੰਟ ਸਰਕਾਰੀ ਹਸਪਤਾਲ ਦੇ ਵਿੱਚ ਮੈਂ ਗਿਆ ਮੈਂ ਉਹਨਾਂ ਨੂੰ ਦਿਖਾਇਆ ਮੈਂ ਕਿਹਾ ਵੀ ਤੁਸੀਂ ਮੈਨੂੰ ਆਹ ਦੱਸੋ ਇੱਥੇ ਇਹਦਾ ਤੁਸੀਂ ਸਾਲਟ ਲਿਖ ਸਕਦੇ ਹੋ ਕਿ ਬ੍ਰਾਂਡ ਲਿਖ ਸਕਦੇ ਹੋ ਉਹ ਕਹਿੰਦੇ ਸਾਲਟ ਲਿਖਣਾ ਕਾਨੂੰਨ 'ਚ ਹੀ ਨਹੀਂ ਹੈਗਾ 1.5 ਸਾਲ ਪਹਿਲਾਂ ਗਵਰਨਮੈਂਟ ਨੇ ਕਾਨੂੰਨ ਪਾਸ ਕੀਤਾ ਕਿ ਸਾਲਟ ਲਿਖ ਕੇ ਦੇਣਾ ਉਹਨਾਂ ਨੇ ਮੈਨੂੰ ਆਪਣੇ ਬਿੱਲ ਦਿਖਾਏ ਹਰ ਤੇ ਸਾਲਟ ਲਿਖਿਆ ਹੋਇਆ ਤੁਸੀਂ ਕਿਹਾ ਨਾ ਹੁਣ ਆਪ ਮੰਨਿਆ ਵੀ 2-4 ਰੁਪਈਆਂ ਦੀ ਖਾਤਰ ਨਹੀਂ ਆਈ ਨਹੀਂ ਹੁੰਦਾ ਮੈਂ ਪਤਾ ਕਿ ਜਿਵੇਂ ਡੋਲੋ ਹੈ ਹਾਂ। ਪੈਰਾਸਟਾਮੋਲ ਹੈ ਲਗਭਗ ਰੇਟ ਸੇਮ ਜਿਹਾ ਹੀ ਹੁੰਦਾ ਕਿਸੇ ਦਾ ਜਿਵੇਂ ਕੰਪਿਊਟਰ ਤੇ ਆਪਣੇ ਕੋਲ ਡੋਲੋ ਚੜੀ ਹੋਈ ਹੈ ਫਿਰ ਆਪਾਂ ਨੂੰ ਲਿਖਣ 'ਚ ਕੀ ਹਰਜ ਹੈ ਹਾਂ, ਲਿਖ ਸਕਦੇ ਕੋਈ ਏਡੀ ਗੱਲ ਵੀ ਨਹੀਂ ਲਿਖਣ 'ਚ ਕੀ ਹਰਜ ਹੈ? ਵੀ ਨਹੀਂ ਹੁਣ ਇੱਕ ਤਾਂ ਇੱਕ ਦੂਜੀ ਗੱਲ ਤੀਜੀ ਚੌਥੀ ਗੱਲ ਜਿਹੜਾ ਅੰਦਰ ਬੈਠਾ ਦੁਕਾਨ ਤੇ ਆਪਣਾ ਮੈਡੀਕਲ ਤੇ ਬੈਠਾ ਮੁੰਡਾ ਦਵਾਈਆਂ ਵੇਚ ਰਿਹਾ ਉਹਦੇ ਕੋਲੇ ਡੀ ਫਾਰਮੇਸੀ ਦੀ ਡਿਗਰੀ ਹੈਗੀ ਹੈ ਫਾਰਮਾਸਿਸਟ ਹੈਗਾ ਉਹ। ਫੇਰ ਹੀ ਲੀਗਲੀ ਹੈ ਜੀ ਉਹਨੂੰ ਮੈਂ ਕਿਹਾ ਵੀ ਲਿਆ ਇੱਕ ਲਾਇਸੈਂਸ ਹੈਗਾ ਤੁਹਾਡੇ ਕੋਲ ਵੇਚਣ ਦਾ ਦੋਨੇ ਚੀਜ਼ਾਂ ਸਾਨੂੰ ਦੇ ਦਿਓ ਠੀਕ ਆ ਆਹ ਗੱਲਾਂ ਸਾਨੂੰ ਸਾਫ਼ ਕਰ ਦਿਓ ਤੀਜੀ ਗੱਲ ਤਾਂ ਉਹ ਵਿਚਾਰਿਆਂ ਦਾ ਹੋ ਗਿਆ ਜੋ ਹੋ ਗਿਆ 40-45 ਹਜ਼ਾਰ ਕਹਿ ਕੇ ਇਹਨਾਂ ਨੇ ਦਾਲ ਕਰਿਆ ਸੀ ਮਰੀਜ਼ 75 ਇੱਕ ਮਿੰਟ ਗੱਲ ਸੁਣ ਲਓ ਮੈਂ ਥੋੜੀ ਸੁਣ ਲੂੰਗਾ ਯਾਰ ਸੁਣ ਲੂੰਗਾ 40-45 ਕਿਹਾ ਹੀ ਨਹੀਂ ਚਲੋ ਤੁਸੀਂ ਲੱਗ ਗਿਆ ਹੁਣ ਮੇਰੀ ਸੁਣ ਲਓ ਨਾ 75000 ਰੁਪਿਆ ਬਣ ਗਿਆ 50000 ਪਹਿਲਾਂ ਲੈ ਲਿਆ 25000 ਕਹਿੰਦੇ ਵੀ ਹੋਰ ਜਮਾ ਕਰਾ ਦੇ 53000 ਦੀ 50000 ਦੀ ਦਵਾਈ ਲਾ ਦਿੱਤੀ ਠੀਕ ਹੈ ਨਾ ਦਵਾਈ ਦੇ ਵਿੱਚ ਵੀ ਹੈ ਆ ਗੜਬੜਾਂ ਆ ਗਈਆਂ ਤੇ ਉਧਰਲੇ ਪਾਸੇ ਵੀ ਤੁਸੀਂ ਦੇਖ ਲਓ ਹੁਣ ਅੱਛਾ ਚੌਥੀ ਗੱਲ ਇੱਕ ਹੋਰ ਸੁਣ ਲਓ ਲੱਤ ਟੁੱਟੀ ਹੋਈ ਲੱਤ ਨਾਲ ਚੂੜਾ ਟੁੱਟਿਆ ਹੋਇਆ ਚੂੜਾ ਪਤਾ ਹੀ ਨਹੀਂ ਕੀਤਾ 12 ਦਿਨ ਹੋ ਗਏ ਮਰੀਜ਼ ਪਏ ਨੂੰ ਵਿਚਾਰਾ ਹੁਣ ਚੁੱਕਣ ਲੱਗ ਗਿਆ ਤੇ ਉਹ ਚੂੜਾ ਕਹਿੰਦੇ ਹੁਣ ਚੂੜੇ ਦਾ ਆਪਰੇਸ਼ਨ ਕਰਨਾ ਪਊ ਇਹਦਾ ਡਬਲ ਖਰਚਾ ਹੋ ਗਿਆ ਅਗਲੇ ਦਾ ਹੁਣ ਮੈਨੂੰ ਆਈਸੀਯੂ ਵੀ ਰੱਖੋਗੇ 6000 ਰੁਪਏ ਆਈਸੀਯੂ ਦਾ ਵੀ ਲਾਓਗੇ ਉਹਦੀ ਦਵਾਈ ਵੀ ਦੁਬਾਰੇ ਉਹੀ ਚੱਲੂਗੀ ਦੁਬਾਰੇ ਆਪਰੇਸ਼ਨ ਵੀ ਕਰੋਗੇ ਉਹਨੂੰ ਦੇਖ ਕੇ ਆਪਾਂ ਕਰ ਲੈਂਦੇ ਹਾਂ ਕੀ ਹੈ ਦੇਖ ਕੇ ਆਪਾਂ ਚਲੋ ਅਸੀਂ ਇੱਕ ਤਾਂ ਮੰਗਾਓ ਆ ਚੀਜ਼ਾਂ ਜੀ ਅਸੀਂ ਫਿਰ ਕਰਦੇ ਹਾਂ ਯਾਰ ਨਹੀਂ ਯਾਰ ਉਹ ਡੱਬੀ ਜਿਹੀ ਉੱਥੇ ਰਹਿ ਗਈ ਸਾਨੂੰ ਆਪਾਂ ਬੜਾ ਬੋਲਦੇ ਇਹਨਾਂ ਦੀਆਂ ਦਵਾਈਆਂ ਆਪਦੀਆਂ ਕਦੀਆਂ ਦੁਕਾਨਾਂ ਮੈਂ ਸਾਰੇ ਮੈਂ ਪੰਜਾਬੀਆਂ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਯਾਰ ਅਸੀਂ ਥਾਂ ਨਹੀਂ ਜਾ ਸਕਦੇ ਬਹੁਤ ਜ਼ਿਆਦਾ ਜਿਹੜੀ ਇੱਕ ਦਿਨ ਪਹਿਲਾਂ ਦਿੱਲੀ ਹਾਟ ਦੇ ਵਿੱਚ ਇਹ ਮਸਲਾ ਹੋਇਆ ਸੀ ਅੱਜ ਇੱਥੇ ਮਸਲਾ ਇਹ ਹੋਇਆ ਅਸੀਂ ਨਹੀਂ ਹਰ ਥਾਂ ਜਾ ਸਕਦੇ ਮੇਰਾ ਵੀਰ 2-3 ਗੱਲਾਂ ਦਾ ਖਿਆਲ ਰੱਖੋ ਆਪਦਾ ਦਿਮਾਗ ਥੋੜਾ ਜਿਹਾ ਖੋਲ ਕੇ ਰੱਖੋ ਇੱਕ ਤਾਂ ਜਿਹੜਾ ਵੀ ਤੁਸੀਂ ਆ ਬਿੱਲ ਨੇ ਮੇਰੇ ਹੱਥ ਦੇ ਵਿੱਚ ਆ ਬਿੱਲ ਜਦੋਂ ਵੀ ਕਿਸੇ ਵੀ ਹਸਪਤਾਲ ਤੋਂ ਜਾਏਗਾ ਤਾਂ ਉਹ ਕਿਸੇ ਵੀ ਜਿਹੜਾ ਬ੍ਰਾਂਡ ਨੇਮ ਆ ਉਹ ਬ੍ਰਾਂਡ ਨਾਂ ਨਹੀਂ ਲਿਖ ਸਕਦੇ ਉਹ ਸਾਲਟ ਲਿਖ ਸਕਦੇ ਆ ਕਾਨੂੰਨ ਕਹਿੰਦਾ ਉਦੋਂ ਸਾਲਟ ਲਿਖਾਓ ਇਹਦੇ ਵਿੱਚ ਵੀ ਬਹੁਤ ਵੱਡਾ ਉੱਲ ਹੈ ਇੱਕ ਕਿਸੇ ਵੀ ਦੁਕਾਨ ਤੋਂ ਦਵਾਈ ਲੈਣੀ ਆ ਉਹਦੀ ਘੱਟੋ ਘੱਟ ਤੁਸੀਂ ਕੋਈ ਉਹਦੇ ਕੋਲ ਫਾਰਮਾਸਿਸਟ ਹੈਗਾ ਉਹ ਵੇਚਣ ਦਾ ਕੋਲ ਲਾਇਸੈਂਸ ਹੈਗਾ ਗੱਲਾਂ ਚੈੱਕ ਕਰੋ ਮੇਰਾ ਵੀਰ ਇਹ ਬਹੁਤ ਵੱਡੇ ਜਿਹੜੇ ਘਪਲੇ ਹੈਗੇ ਆ ਇਹ ਤੁਸੀਂ ਉਹੀ ਗੱਲ ਆ ਜਾਂਦੀ ਆ ਕਿ ਸਾਡਾ ਮਕਸਦ ਸਿਰਫ ਤੁਹਾਨੂੰ ਜਗਾਉਣਾ ਸਾਡਾ ਡਾਕਟਰਾਂ ਦਾ ਕੋਈ ਵਿਰੋਧ ਨਹੀਂ ਸਾਡੇ ਡਾਕਟਰਾਂ ਨਾਲ ਕੋਈ ਨਿੱਜੀ ਨਹੀਂ ਹੈਗੀ ਸਾਡਾ ਇਹਨਾਂ ਨਾਲ ਕੋਈ ਪਰਸਨਲ ਮਸਲਾ ਨਹੀਂ ਹੈਗਾ ਅਸੀਂ ਕਹਿੰਦੇ ਲੋਕ ਜਾਗ ਜਾਣ ਲੋਕਾਂ ਦੀ ਬਹੁਤ ਵੱਡੀ ਲੁੱਟ ਆ ਲੋਕਾਂ ਦੇ ਗਲ ਕੱਟੇ ਜਾਂਦੇ ਨੇ ਵੱਢੇ ਜਾਂਦੇ ਨੇ ਮੇਰਾ ਵੀਰ ਇਹਨਾਂ ਗੱਲਾਂ ਦਾ ਖਿਆਲ ਕਰੋ ਹੋਰ ਬਹੁਤ ਸਾਰੀਆਂ ਗੱਲਾਂ ਦਵਾਈਆਂ 'ਚ ਬਹੁਤ ਵੱਡਾ ਉਹਦਾ ਜਨ ਅਸ਼ੁੱਧੀ ਵਾਲੀਆਂ ਜਿਹੜੀਆਂ ਦਵਾਈਆਂ ਹੈਗੀਆਂ ਦਿੱਤੀ ਜਾਂਦੀਆਂ ਸੈਕਟਰ ਸਰਕਾਰ ਨੇ ਇੱਕ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਦੁਕਾਨਾਂ ਖੋਲ੍ਹੀਆਂ ਨੇ ਉੱਥੇ ਅਸੀਂ ਪਤਾ ਕਰਕੇ ਆਏ ਆ ਜਿਹੜੀ ਬਾਹਰੋਂ 100 ਉੱਥੋਂ 20 ਰੁਪਈਆਂ ਦੀ ਦਵਾਈ ਮਿਲਦੀ ਹੈ ਬਾਹਰੋਂ 120 ਦੀ ਮਿਲਦੀ ਹੈ ਅਸੀਂ ਹੁਣ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਇਹ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਹਰ ਹਸਪਤਾਲ ਦੇ ਜਿਹੜੇ ਵੱਡੇ ਹਸਪਤਾਲ ਨੇ ਇਹੋ ਜਿਹੇ ਉਹਨਾਂ ਹਸਪਤਾਲਾਂ ਦੇ ਵਿੱਚ ਹਰ ਹਸਪਤਾਲ ਦੇ ਵਿੱਚ ਜਨ ਸ਼ੁੱਧੀ ਵਾਲੀ ਜਿਹੜੀ ਦੁਕਾਨ ਆ ਖੁੱਲੀ ਹੋਣੀ ਚਾਹੀਦੀ ਤਾਂ ਕਿ ਉੱਥੋਂ ਜਿਹੜੇ ਲੋਕ ਨੇ ਉਹ ਦਵਾਈ ਸਸਤੇ ਰੇਟਾਂ ਦੇ ਉੱਤੇ ਲੈ ਸਕਣ ਸੋ ਇਹਨਾਂ ਗੱਲਾਂ ਦਾ ਮੇਰਾ ਵੀ ਖਿਆਲ ਰੱਖੋਗੇ ਤਾਂ ਜਾ ਕੇ ਤੁਹਾਡਾ ਇਹ ਬਚਣਾ ਕੰਮ ਨਹੀਂ ਅਸੀਂ ਤਾਂ ਇੱਕ ਦੋ ਵਾਰੀ ਹੋਰ ਰੌਲਾ ਪਾਵਾਂਗੇ ਕਿੰਨਾ ਕੁ ਅਸੀਂ ਰੌਲਾ ਪਾ ਕੇ ਦੇਖ ਲਿਆ ਸੀ ਤਾਂ ਇਹਨਾਂ ਨਾਲ ਕਿੱਥੇ ਅਸੀਂ ਜਾ ਵੜਾਂਗੇ ਅਸੀਂ ਵਿਹਲੇ ਨਹੀਂ ਹੈਗੇ ਇੰਨੇ ਰੋਜ਼ ਸਾਡੇ ਕੋਲ ਹੋਰ ਕੰਮ ਕਰਨੇ ਰਜੇ ਮੈਨੇ ਮੇਰਾ ਵੀਰ ਜਦ ਜਾਗ ਜਾਓਗੇ ਤਾਂ ਬਚੇ ਰਹੋਗੇ ਨਹੀਂ ਗੱਲ ਵਧਾਈ ਜਾਓ ਤੁਹਾਡੀ ਮਰਜ਼ੀ ਹੈ ਹੁਣ ਜਿਹੜਾ ਗਰੀਬ ਪਰਿਵਾਰ ਹੈ ਉਹਰਾ ਨਹੀਂ ਮਰਲਾ ਪੈਲੀ ਤਾਂ ਨਹੀਂ ਹੈਗਾ ਬੰਦੇ ਆ ਰਗੜੇ ਗਏ ਉਦੋਂ ਚੀਕਾ ਮਾਰਦਾ ਫਿਰ ਬੰਦਾ ਆਪਾਂ ਹੁਣ ਇਹਨੂੰ ਬੁਲਾਓ ਤੇ ਨਹੀਂ ਫਿਰ ਆਪਾਂ ਉਹਦਾ ਹਸਪਤਾਲ ਦਾ ਕਰਾਂਗੇ ਫੰਡ ਜੇ ਨਹੀਂ ਚਲਾ ਚਲੀਏ ਬਾਹਰ ਖੜਦੇ ਆਰਾਮ ਨਾਲ
ਜਾਏ ਕਿ ਤੁਸੀਂ ਆਉਂਦੇ ਹੋ ਗੁਰਪਿਆਰਿਓ, ਅੰਤਤಃ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਅਜਿਹੇ ਡਾਕਟਰਸ ਜੋ ਡਿਗਰੀ ਲੈਣ ਵਾਲੇ ਸਹੁੰ ਖਾਂਦੇ ਨੇ ਤਨੋ ਮਨੋ ਤਨੋ ਲੋਕ ਸੇਵਾ ਕਰਨ ਦੀ, ਪਰ ਡਿਗਰੀਆਂ ਹੱਥ ਦੇ ਵਿੱਚ ਆ ਕੇ ਜਦੋਂ ਉਹ ਆਪਣੇ ਹਸਪਤਾਲ ਖੋਲ ਲੈਂਦੇ ਨੇ ਤਾਂ ਕੁਝ ਡਾਕਟਰ ਅਜਿਹੇ ਨੇ ਉਹਨਾਂ ਵਿੱਚੋਂ ਜੋ ਹਸਪਤਾਲਾਂ ਦੇ ਨਾਮ ਤੇ ਬੁੱਚੜਖਾਨੇ ਖੋਲਦੇ ਨੇ। ਜੀ ਹਾਂ, ਉਹਨਾਂ ਨੂੰ ਅਸੀਂ ਬੁੱਚੜਖਾਨੇ ਹੀ ਕਹਾਂਗੇ, ਜੋ ਗਰੀਬਾਂ ਦੀ ਛਿੱਲ ਲਾਉਂਦੇ ਹੋਣ, ਜੋ ਮਰੀਆਂ ਹੋਈਆਂ ਲਾਸ਼ਾਂ ਨੂੰ ਵੀ ਵੈਂਟੀਲੇਟਰ ਤੇ ਪਾ ਕੇ ਰੱਖਦੇ ਹੋਣ ਤੇ ਆਏ ਦਿਨ ਲੱਖਾਂ ਦੇ ਬਿੱਲ ਵਧਾਉਂਦੇ ਹੋਣ। ਪਰ ਅਜਿਹੇ ਡਾਕਟਰਾਂ ਨੂੰ, ਅਜਿਹੇ ਮੈਡੀਕਲ ਸਟੋਰਸ ਵਾਲਿਆਂ ਨੂੰ ਜੋ ਲੋਕਾਂ ਦੀ ਛਿੱਲ ਲਾਉਂਦੇ ਨੇ, ਯਾਦ ਰੱਖਣਾ ਚਾਹੀਦਾ ਹੈ ਕਿ ਉਸ ਪਰਮਾਤਮਾ ਦੇ ਘਰ ਤੇ ਵੀ ਜਾ ਕੇ ਤੁਸੀਂ ਇੱਕ ਦਿਨ ਢੁਕਣਾ ਹੈ, ਉੱਥੇ ਵੀ ਜਾ ਕੇ ਤੁਹਾਡਾ ਸਿਰ ਝੁਕਣਾ ਹੈ ਤੇ ਉੱਥੇ ਜਦੋਂ ਹਿਸਾਬ ਕਿਤਾਬ ਤੁਹਾਡੇ ਤੋਂ ਮੰਗਿਆ ਜਾਣਾ ਹੈ ਤਾਂ ਉਸ ਰੱਬ ਨੇ ਤੁਹਾਨੂੰ ਨਰਕਾਂ 'ਚ ਵੀ ਥਾਂ ਨਹੀਂ ਦੇਣੀ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।